ਜਸ ਪੰਜਾਬੀ ਦੇਖਦੇ ਹੋਏ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਹਾਡਾ ਸਵਾਗਤ ਪ੍ਰੋਗਰਾਮ ਅੱਜ ਦਾ ਮੁੱਦਾ ਦੇ ਵਿੱਚ। ਮੈਂ ਤੁਹਾਡੀ ਹੋਸਟ ਆਸ਼ਮਿਤਾ। ਸਾਰਿਆਂ ਨੂੰ ਇਸ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ। ਇੱਕ ਵਾਰੀ ਫਿਰ ਇਹ ਜੋ ਜੂਨ ਦੇ ਦਿਨ ਚੱਲ ਰਿਹਾ ਹੈ, ਇਹਨਾਂ ਦੇ ਵਿੱਚ ਅਸੀਂ ਉਨ ਕੁਰਬਾਨੀਆਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਦੇ ਬਲਬੂਤੇ ਉੱਤੇ ਸਾਡੀ ਕੌਮ ਅੱਜ ਅੱਗੇ ਵਧ ਰਹੀ ਹੈ, ਅੱਜ ਸਫਲਤਾ ਪ੍ਰਾਪਤ ਕਰ ਰਹੀ ਹੈ। ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਆਪ ਦਾ ਨਾਮ ਅਤੇ ਆਪ ਦੀ ਜਗ੍ਹਾ ਬਣਾ ਰਹੀ ਹੈ। ਬਟ ਉਨ ਕੁਰਬਾਨੀਆਂ ਦੇ ਵਿੱਚ ਕੁਝ ਇਹੋ ਜਿਹੇ ਕਿਰਦਾਰ ਹਨ ਜਿਨ੍ਹਾਂ ਦਾ ਨਾਮ ਸਾਡੇ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਹੈ, ਜਿਨ੍ਹਾਂ ਦੇ ਉੱਤੇ ਅਸੀਂ ਵੇਖ ਕੇ ਕਹਿ ਸਕਦੇ ਹਾਂ ਇਹ ਸਾਡੇ ਰੋਲ ਮਾਡਲਸ ਹਨ ਕਿ ਕਾਸ਼ ਸਾਡੇ ਵੀ ਬੱਚੇ ਇਹੋ ਜਿਹੇ ਕੈਰੈਕਟਰਿਸਟਿਕਸ, ਇਹੋ ਜਿਹੇ ਵੈਲਿਊਜ਼, ਇਹੋ ਜਿਹੀ ਸਟਰੈਂਥ ਦਿਖਾ ਸਕਣ। ਤੇ ਅੱਜ ਇੱਕ ਇਹੋ ਜਿਹਾ ਹੀ ਦਿਹਾੜਾ ਹਨ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਦਿਵਸ। ਅੱਜ ਅਸੀਂ ਯਾਦ ਕਰਦੇ ਹਾਂ ਜੂਨ 9 ਤਰੀਕ। ਤੇ ਇਸ ਹਿਸਟੋਰੀਕਲ ਇੰਡੀਵਿਜੂਅਲ ਦੀ ਕੀ ਜਗ੍ਹਾ ਸੀਗੀ ਸਿੱਖੀ ਦੇ ਵਿੱਚ, ਕਿਸ ਤਰ੍ਹਾਂ ਉਹਨਾਂ ਦੀ ਜਗ੍ਹਾ ਬਣੀ ਸਿੱਖ ਇਤਿਹਾਸ ਦੇ ਵਿੱਚ, ਇਹਨੂੰ ਸਮਝਣ ਲਈ ਇੱਕ ਵਾਰੀ ਫਿਰ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਪ੍ਰੋਗਰਾਮ ਦੇ ਵਿੱਚ ਅਸੀਂ ਸਵਾਗਤ ਕਰਦੇ ਹਾਂ ਕਿ ਇਹੋ ਜਿਹੇ ਹਿਸਟੋਰੀਅਨ ਦਾ ਜੋ ਕਿ ਨਾ ਕਿ ਸਿਰਫ ਸਿੱਖ ਇਤਿਹਾਸ ਦੇ ਨਾਲ ਵਾਕਿਫ ਹਨ ਬਟ ਕਿੰਨੇ ਸਾਲਾਂ ਦੀ ਤਪੱਸਿਆ ਤੇ ਰਿਸਰਚ ਤੋਂ ਬਾਅਦ ਉਹ ਪਬਲੀਕੇਸ਼ਨਸ ਅੱਗੇ ਲੈ ਕੇ ਆਉਂਦੇ ਜਿਨ੍ਹਾਂ ਦੇ ਨਾਲ ਸਾਡੀ ਵੀ ਕੌਮ ਨੂੰ ਹੋਰ ਜਾਗਰੂਕਤਾ, ਅਵੇਅਰਨੈਸ ਹੋਵੇ ਆਪਣੇ ਇਤਿਹਾਸ ਬਾਰੇ। ਤੇ ਇੱਕ ਵਾਰੀ ਫਿਰ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਜੀ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸੁਖਪ੍ਰੀਤ ਜੀ, ਇੱਕ ਵਾਰੀ ਫਿਰ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਹੋ ਸਾਡੇ ਨਾਲ। ਤੁਹਾਡੀ ਜੋ ਵੈਲਥ ਆਫ ਨੌਲੇਜ ਹੈਗੀ ਉਹਦੇ ਵਿੱਚੋਂ ਕੁਝ ਤੁਸੀਂ ਜਾਣਕਾਰੀ ਅੱਜ ਲੈ ਕੇ ਇਸ ਸ਼ਹੀਦੀ ਦਿਵਸ ਤੇ ਸਾਡੇ ਨਾਲ ਜੁੜੇ ਹੋ। ਜਦੋਂ ਬੰਦਾ ਸਿੰਘ ਬਹਾਦਰ ਜੀ ਦਾ ਨਾਂ ਉੱਠਦਾ ਹੈ ਤੇ ਬੱਚੇ ਨੂੰ ਪਤਾ ਹੈ ਕਿ ਉਹਨਾਂ ਦੀ ਕੀ ਸ਼ਹੀਦੀ ਸੀਗੀ, ਕੀ ਅਸੀਂ ਕਹਿੰਦੇ ਨਾ ਜਿੱਦਾਂ ਟਾਵਰਿੰਗ ਆਫ ਫਿਗਰ ਸੀ। ਗੂਗਲ ਤੇ ਵੀ ਤੁਸੀਂ ਜਦੋਂ ਸਰਚ ਕਰੋ ਜਿਸ ਤਰ੍ਹਾਂ ਅੱਜ ਕੱਲ੍ਹ ਦੇ ਬੱਚੇ ਕਰਦੇ ਆ, ਇਹੋ ਜਿਹੀ ਕੁਐਸਚਨਸ ਆਪਣੇ ਆਪ ਆਉਂਦੇ ਆ। ਬੰਦਾ ਸਿੰਘ ਬਹਾਦਰ ਜੀ ਦੀ ਤਲਵਾਰ ਕਿੰਨੀ ਵੱਡੀ ਸੀਗੀ, ਉਹਨਾਂ ਦਾ ਕੱਦ ਕਿੰਨਾ ਵੱਡਾ ਸੀ, ਉਹਨਾਂ ਦੀ ਕੁਰਬਾਨੀ ਕਿਸ ਤਰ੍ਹਾਂ ਹੋਈ, ਕੀ ਜਗ੍ਹਾ ਸੀ ਸਿੱਖ ਇਤਿਹਾਸ ਦੇ ਵਿੱਚ। ਲੇਕਿਨ ਉਸ ਤੋਂ ਪਹਿਲੇ ਜਦੋਂ ਅਸੀਂ ਦੇਖਦੇ ਹਾਂ ਕਿ ਬੰਦਾ ਸਿੰਘ ਬਹਾਦਰ ਜੀ ਦੀ ਸਿੱਖੀ ਦੇ ਵਿੱਚ ਐਂਟਰੀ ਕਿਸ ਤਰ੍ਹਾਂ ਹੋਈ, ਉਹਨਾਂ ਦਾ ਜਨਮ ਕਿੱਥੇ ਹੋਇਆ, ਇਹਦੇ ਨਾਲ ਮੈਂ ਚਾਹਾਂਗੀ ਕਿ ਤੁਸੀਂ ਅੱਜ ਦਾ ਸ਼ੋਅ ਸਾਡੇ ਨਾਲ ਸ਼ੁਰੂ ਕਰੋ। ਬੰਦਾ ਸਿੰਘ ਬਹਾਦਰ ਜੀ ਦਾ ਜਨਮ ਅਤੇ ਉਹਨਾਂ ਦਾ ਸਿੱਖੀ ਦੇ ਵਿੱਚ ਜਨਮ ਕਿਸ ਤਰ੍ਹਾਂ ਹੋਇਆ। ਅਸ਼ਮਿਤਾ, ਬੰਦਾ ਸਿੰਘ ਬਹਾਦਰ ਦਾ ਜਿਹੜਾ ਜਨਮ ਹੈ, ਜਦੋਂ ਅਸੀਂ ਤਾਰੀਖਾਵਲੀ ਦੀ ਉਸ ਡੇਟ ਨੂੰ ਲੱਭਣਾ ਹੋਵੇ ਤਾਂ ਸਾਡੇ ਕੋਲ ਕੋਈ ਇਤਿਹਾਸਕ ਪ੍ਰਮਾਣ ਸਿੱਕੇਬੰਦ ਨਹੀਂ ਹੈਗਾ। ਪਰ ਫਿਰ ਵੀ ਡਾਕਟਰ ਗੰਡਾ ਸਿੰਘ ਹੁਣਾਂ ਨੇ ਕੁਝ ਸਰੋਤ ਲੱਭੇ ਤੇ ਉਹਨਾਂ ਦੇ ਜ਼ਿਕਰ ਮਿਲਿਆ ਕਿ 1670 ਦੀ ਵਿਜੇ ਦਸ਼ਮੀ ਜੀ, ਭਾਵੇਂ ਕਿ ਇਹਦੇ ਗੱਲ ਦੇ ਨਾਲ ਇੱਕ ਜਿਹੜੀ ਕਿਤਾਬ ਹੈ ਡਾਕਟਰ ਸੋਹਣ ਸਿੰਘ ਦੀ ਬੰਦਾ ਦਾ ਪ੍ਰੇਮ, ਉਹ ਇਸ ਤਰੀਕ ਦੇ ਨਾਲ ਸਹਿਮਤ ਨਹੀਂ ਹੈਗੇ। ਪਰ ਫਿਰ ਵੀ ਵਿਜੇ ਦਸ਼ਮੀ ਜਦੋਂ ਦੁਸਹਿਰੇ ਦਾ ਦਿਨ, ਤਾਂ ਓਬਵੀਅਸਲੀ ਜਿਹੜਾ 1670 ਦਾ ਦੁਸਹਿਰਾ ਉਹ 26 ਅਕਤੂਬਰ ਨੂੰ ਬਣਦਾ ਸੀ। ਸੋ ਇਹ ਮੰਨ ਲਿਆ ਗਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ ਜਿਹੜਾ ਹੈ ਉਹ 1670 ਦੇ ਵਿੱਚ 26 ਅਕਤੂਬਰ ਨੂੰ ਹੋਇਆ। ਜਿਹੜੇ ਉਹਨਾਂ ਦਾ ਜਿਸ ਅਸਥਾਨ ਤੇ ਜਨਮ ਹੋਇਆ ਉਹਦੇ ਬਾਰੇ ਵੀ ਸਾਡੇ ਵਿਦਵਾਨਾਂ ਦੀ ਰਾਏ ਵੱਖ-ਵੱਖ ਹੈ। ਪਰ ਜੇਕਰ ਅਸੀਂ ਸਮੂਹਿਕ ਰੂਪ ਦੇ ਵਿੱਚ ਇੱਕ ਮਤ ਵੇਖੀਏ ਤਾਂ ਸਾਡੇ ਬਹੁਤ ਸਾਰੇ ਵਿਦਵਾਨ ਇਸ ਗੱਲ ਦੇ ਉੱਪਰ ਇੱਕ ਮਤ ਨੇ ਕਿ ਉਹਨਾਂ ਦਾ ਜਿਹੜਾ ਜਨਮ ਹੈ ਪੁੰਛ ਜ਼ਿਲ੍ਹੇ ਦੇ ਪਿੰਡ ਰਜੌਰੀ ਦੇ ਵਿੱਚ ਹੋਇਆ, ਅੱਜ ਦੇ ਜੰਮੂ ਕਸ਼ਮੀਰ ਦੇ ਵਿੱਚ। ਰਜੌਰੀ ਸ਼ਬਦ ਜਦੋਂ ਅਸੀਂ ਤੁਜ਼ਕੇ ਜਹਾਂਗੀਰੀ ਦੇ ਵਿੱਚ, ਜਿਹੜੀ ਪਰਸ਼ੀਅਨ ਦੇ ਵਿੱਚ ਹੈ, ਜਹਾਂਗੀਰ ਦੀ ਆਪਣੀ ਨਿੱਜੀ ਡਾਇਰੀ ਜਿਸ ਨੂੰ ਕਿਹਾ ਜਾ ਸਕਦਾ, ਉਹਦੇ ਵਿੱਚ ਰਜੌਰੀ ਦਾ ਪਹਿਲਾ ਨਾਮ ਰਾਜਾ ਵਾੜੀ ਆਉਂਦਾ ਹੈ ਕਿ ਅਮੀਰ ਲੋਕਾਂ ਦਾ, ਰਾਜਿਆਂ ਦਾ ਜਿਹੜਾ ਵਾੜੀ, ਕਿ ਅਮੀਰ ਲੋਕਾਂ ਦੀ ਵਸੋਂ ਦੀ ਜਗ੍ਹਾ। ਤੇ ਉਹਦੇ 'ਚ ਇਹ ਵੀ ਜ਼ਿਕਰ ਮਿਲਦਾ ਕਿ ਉੱਥੇ ਹਿੰਦੂ, ਰਾਜਪੂਤ ਤੇ ਮੁਸਲਮਾਨ ਨਵਾਬ ਜਿਹੜੇ ਨੇ ਉਹ ਇਕੱਠੇ ਬੜੇ ਪਿਆਰ ਦੇ ਨਾਲ ਰਹਿ ਰਹੇ ਸੀ। ਤੇ ਜਹਾਂਗੀਰ ਖੁਦ ਮੰਨਦਾ ਹੈ ਕਿ ਉਹਨਾਂ ਦੇ ਵਿੱਚ ਕੌਨਫਲਿਕਟ ਮੈਂ ਪੈਦਾ ਕੀਤਾ ਕਿ ਤੁਹਾਡੇ 'ਚ ਸਾਂਝ ਨਹੀਂ ਚਾਹੀਦੀ। ਸੋ ਉਸ ਇਲਾਕੇ ਦੇ ਵਿੱਚ ਜਨਮ ਹੁੰਦਾ ਹੈ ਇਸ ਬੱਚੇ ਦਾ, ਰਾਮਦੇਵ ਭਾਰਦਵਾਜ ਦੇ ਘਰ, ਜਿਸ ਦਾ ਨਾਮ ਰੱਖਿਆ ਜਾਂਦਾ ਲਛਮਣ ਦੇਵ। ਹੁਣ ਪਰਿਵਾਰਕ ਕਿੱਤਾ ਖੇਤੀ ਵੀ ਹੈ ਤੇ ਖੇਤੀ ਕਰਦੇ ਲੋਕ ਸ਼ਿਕਾਰ ਦੇ ਵਿੱਚ ਵੀ ਮਾਹਰ ਹੁੰਦੇ ਨੇ। ਸੋ ਇੱਕ ਦਿਨ ਇਹ ਸ਼ਿਕਾਰ ਕਰਨ ਜਾਂਦਾ ਹੈ ਤੇ ਇਹਦੇ ਕੋਲ ਇੱਕ ਜਿਹੜੀ ਗਰਭਵਤੀ ਹਿਰਨੀ ਹੈ ਉਹਦਾ ਸ਼ਿਕਾਰ ਕਰਦਾ ਹੈ, ਉਹ ਪ੍ਰੈਗਨੈਂਟ ਹੁੰਦੀ ਹੈ, ਉਹਦਾ ਪੇਟ ਚਾਕ ਕਰਦਾ ਹੈ, 2 ਬੱਚੇ ਨਿਕਲਦੇ ਨੇ, ਇਹਦੀਆਂ ਅੱਖਾਂ ਦੇ ਸਾਹਮਣੇ ਤੜਫ ਕੇ ਮਰ ਜਾਂਦੇ ਨੇ। ਇਹਦੇ ਮਨ ਦੇ ਵਿੱਚ ਵੈਰਾਗ ਪੈਦਾ ਹੁੰਦਾ ਹੈ ਕਿ ਮੇਰੇ ਕੋਲ ਬਹੁਤ ਵੱਡਾ ਪਾਪ ਹੋ ਗਿਆ। ਉਸੇ ਕਰਕੇ ਇਹਦੀ ਜਿਹੜੀ ਮਨੋਦਸ਼ਾ ਹੈ ਉਹ ਥੋੜ੍ਹੀ ਕਹਿ ਸਕਦੇ ਹੋ ਕਿ ਵੈਰਾਗ ਵਾਲੀ ਹੋ ਜਾਂਦੀ ਹੈ।
ਮਾਂ-ਬਾਪ ਜਿਸ ਤਰ੍ਹਾਂ ਹੁੰਦਾ ਹੀ ਹੈ ਕਿ ਬੱਚਾ ਜਿਹੜਾ ਮਾਨਸਿਕ ਤੌਰ ਤੇ ਦੁਖੀ ਹੈ ਦਾ ਇਲਾਜ ਕਰਾਇਆ ਜਾਵੇ, ਕਦੀ ਕਿਸੇ ਬਾਬੇ ਦੇ ਕੋਲ, ਕਦੀ ਕਿਤੇ ਲੈ ਕੇ ਜਾਂਦੇ ਨੇ। ਅਖੀਰ ਇਹਨਾਂ ਦੇ ਪਿੰਡ ਦੇ ਵਿੱਚ ਇੱਕ ਬੈਰਾਗੀ ਸਾਧੂ ਆਉਂਦੇ ਨੇ, ਜਾਨਕੀ ਪ੍ਰਸਾਦ ਦੇ ਸਾਹਮਣੇ ਜਦੋਂ ਇਹ ਸਮੱਸਿਆ ਰੱਖਦੇ ਨੇ ਕਿ ਸਾਡਾ ਬੱਚਾ ਮਾਨਸਿਕ ਤੌਰ ਤੇ ਬੜਾ ਵੈਰਾਗ ਦੇ ਵਿੱਚ ਰਹਿੰਦਾ ਹੈ, ਤੇ ਉਹ ਕਹਿੰਦੇ ਇਸ ਨੂੰ ਮੇਰੇ ਨਾਲ ਭੇਜ ਦਿਓ। ਉਹ ਇਸ ਨੂੰ ਆਪਣੇ ਨਾਲ ਲੈ ਜਾਂਦੇ ਨੇ, ਤੇ ਜਦੋਂ ਉਹ ਇਸ ਨੂੰ ਨਾਲ ਲੈ ਕੇ ਜਾਂਦੇ ਨੇ, ਕਸੂਰ ਦੇ ਵਿੱਚ ਰਾਮ ਥੰਮਣ ਨਾਮਕ ਜਗ੍ਹਾ ਹੈ, ਤੇ ਜਿਹੜਾ ਰਾਮ ਥੰਮਣ ਹੈ ਗੁਰੂ ਨਾਨਕ ਸਾਹਿਬ ਦੀ ਮਾਸੀ ਲੱਖੋ ਦਾ ਬੇਟਾ ਸੀ ਜੀ। ਹੁਣ ਉਸ ਸਥਾਨ ਦੇ ਉੱਪਰ ਰਹਿੰਦੇ ਨੇ ਜਾਨਕੀ ਪ੍ਰਸਾਦ, ਤੇ ਉਹ ਬਰਾਗ ਮਤ ਦੀ ਆਪਣੀ ਧਾਰਨਾ ਦੇ ਮੁਤਾਬਕ ਲక్ష్మణ ਦੇਵ ਦਾ ਨਾਮ ਬਦਲ ਕੇ ਮਾਧੋ ਦਾਸ ਕਰ ਦਿੰਦੇ ਨੇ। ਹੁਣ ਮੈਨੂੰ ਲੱਗਦਾ ਜੋ ਕਿ ਸਿੱਖੀ ਦੀ ਵਿਚਾਰਧਾਰਾ ਦੀ ਸਮਝ ਉਹਨੂੰ ਉੱਥੇ ਵੀ ਪੈ ਗਈ, ਕਿਉਂਕਿ ਉਹ ਜਿਹੜੀ ਜਗ੍ਹਾ ਵਾ ਉਹਦਾ ਸੰਬੰਧ ਗੁਰੂ ਨਾਨਕ ਸਾਹਿਬ ਦੇ ਨਾਲ ਸੰਬੰਧ ਆ। ਅੱਛਾ, ਉੱਥੇ ਵਿਸਾਖੀ ਦੇ ਉੱਪਰ ਬਹੁਤ ਵੱਡਾ ਮੇਲਾ ਲੱਗਿਆ ਕਰਦਾ ਸੀ। ਉਸ ਮੇਲੇ ਦੇ ਵਿੱਚ ਸਾਧੂ ਤੇ ਸੰਤ ਆਪਸ ਵਿੱਚ ਚਰਚਾ ਕਰਦੇ ਸੀ, ਤੇ ਉਸੇ ਚਰਚਾ ਵਾਸਤੇ ਇੱਕ ਉਦਾਸੀ, ਉਹ ਵੈਰਾਗੀਆਂ ਦਾ ਇੱਕ ਉਦਾਸੀ ਉੱਥੇ ਆਏ ਨੇ, ਸਮਰੱਥ ਰਾਮਦਾਸ, ਜਿਹੜੇ ਸ਼ਿਵਾਜੀ ਮਰਹੱਟੇ ਦੇ ਗੁਰੂ ਨੇ ਜੀ। ਉੱਥੇ ਉਹਨਾਂ ਦੀ ਆਪਸ ਚਰਚਾ ਹੁੰਦੀ ਹੈ, ਕੁਦਰਤੀ ਉਹਨਾਂ ਨੂੰ ਗਿਆਨ ਬਹੁਤ ਸੀ, ਤੇ ਮਾਧੋ ਦਾਸ ਜਿਹੜਾ ਹੈ ਉਹ ਉਹਨਾਂ ਤੋਂ ਬਹੁਤ ਪ੍ਰਭਾਵਿਤ ਹੁੰਦਾ ਹੈ, ਤੇ ਉਹਨਾਂ ਦੇ ਨਾਲ ਨੰਦੇੜ ਚਲਾ ਆਉਂਦਾ ਹੈ। ਹੁਣ ਤੁਸੀਂ ਵੇਖੋ, ਪਹਿਲੇ ਜਿਸ ਸਥਾਨ ਤੇ ਰਿਹਾ ਉਹਨਾਂ ਦਾ ਵੀ ਸੰਬੰਧ ਸਿੱਧੇ ਰੂਪ ਚ ਗੁਰੂ ਨਾਨਕ ਸਾਹਿਬ ਨਾਲ ਬਣਦਾ, ਤੇ ਜਿਹੜਾ ਸਮਰੱਥ ਰਾਮਦੇਵ ਆ, ਇਹ ਇੱਕ ਵਾਰੀ ਸ਼੍ਰੀਨਗਰ ਗੜਵਾਲ, ਇੱਕ ਤਾਂ ਸ਼੍ਰੀਨਗਰ ਜੰਮੂ ਕਸ਼ਮੀਰ ਵਾਲਾ, ਇੱਕ ਉੱਤਰਾਖੰਡ ਦੇ ਵਿੱਚ, ਉਸ ਨੂੰ ਸ਼੍ਰੀਨਗਰ ਗੜਵਾਲ ਕਿਹਾ ਜਾਂਦਾ ਹੈ, ਉੱਥੇ ਬੈਠਾ ਸੀ। ਤੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਲੰਘ ਰਹੇ ਸੀ, ਤੇ ਉਹਨਾਂ ਨੂੰ ਸ਼ਸਤਰਧਾਰੀ ਤੇ ਸਿੱਖਾਂ ਨੂੰ ਸ਼ਸਤਰਧਾਰੀ ਵੇਖ ਕੇ ਨੇ ਸਵਾਲ ਵੀ ਕੀਤਾ ਸੀ ਕਿ ਗੁਰੂ ਨਾਨਕ ਦੀ ਗੱਦੀ ਨੇ ਜਿਹੜਾ ਹੈ ਉਹ ਵਾਰਿਸ ਸ਼ਸਤਰਧਾਰੀ ਕਿਉਂ ਆ? ਤੇ ਗੁਰੂ ਸਾਹਿਬ ਨੇ ਇਸ ਨੂੰ ਬੜਾ ਪਿਆਰਾ ਜਵਾਬ ਦਿੱਤਾ ਕਿ ਸ਼ਸਤਰਨ ਜਰਵਾਣੇ ਕੀ ਪੱਛਿਆ, ਗਰੀਬ ਕੀ ਰੱਛਿਆ, ਕਿ ਗਰੀਬ ਦੀ ਰੱਖਿਆ ਦੇ ਵਾਸਤੇ ਤੇ ਜ਼ੁਲਮ ਨੂੰ ਖਤਮ ਕਰਨ ਦੇ ਵਾਸਤੇ ਸ਼ਸਤਰ ਪਹਿਨੇ ਨੇ, ਕਿਸੇ ਨੂੰ ਡਰਾਉਣ ਵਾਸਤੇ ਨਹੀਂ। ਸੋ ਇਹ ਗੁਰੂ ਸਾਹਿਬ ਤੋਂ ਬੜਾ ਪ੍ਰਭਾਵਿਤ ਹੋਇਆ। ਇਹਦਾ ਮਤਲਬ ਕਿ ਮਾਧੋ ਦਾਸ ਦਾ ਦੂਜਾ ਗੁਰੂ ਜਿਹੜਾ ਉਹ ਵੀ ਅਸਿੱਧੇ ਰੂਪ ਚ ਗੁਰੂ ਸਾਹਿਬ ਨਾਲ ਜੁੜਿਆ ਹੋਇਆ। 1683 ਦੇ ਵਿੱਚ ਉਸ ਦੀ ਮੌਤ ਹੋ ਜਾਂਦੀ ਹੈ। ਉਸ ਤੋਂ ਬਾਅਦ ਜਿਹੜਾ ਮਾਧੋ ਦਾਸ ਹੈ ਲੂਣੀਏ ਸਿੱਧ ਦਾ ਚੇਲਾ ਬਣਦਾ ਹੈ। ਤੇ ਜੇਕਰ ਅਸੀਂ ਜਿਹੜੀਆਂ ਪ੍ਰਾਤਨ ਭੱਟ ਵਈਆਂ ਨੇ ਉਹਦੇ ਉੱਪਰ ਆਧਾਰਿਤ ਸਰੂਪ ਸਿੰਘ ਕੌਸ਼ਿਸ਼ ਦੀ ਕਿਤਾਬ ਜਿਹੜੀ ਹੈ ਗੁਰੂ ਕੀਆਂ ਸਾਖੀਆਂ, ਜਿਸ ਨੂੰ ਪਿਆਰਾ ਸਿੰਘ ਪਦਮ ਨੇ ਐਡਿਟ ਕੀਤਾ, ਉਹਦੇ 'ਚ ਇਹ ਜ਼ਿਕਰ ਆਉਂਦਾ ਕਿ ਲੂਣੀਆ ਸਿੱਧ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮਿਲਿਆ ਹੋਇਆ ਸੀ। ਸੋ ਇਹਦਾ ਜਿਹੜਾ ਤੀਜਾ ਗੁਰੂ ਹੈ ਉਹ ਵੀ ਕਿਤੇ ਨਾ ਕਿਤੇ ਗੁਰੂ ਘਰ ਨਾਲ ਸੰਬੰਧ ਰੱਖਦਾ। ਤੇ ਜਿਹੜੀ ਤਵਾਰੀਖ ਗੁਰੂ ਖਾਲਸਾ ਦੇ ਜਿਹੜੇ ਪੁਰਾਣੇ ਪੱਥਰ ਛਾਪੇ ਦੇ ਖਰੜੇ ਨੇ ਉਹਨਾਂ 'ਚ ਜ਼ਿਕਰ ਮਿਲਦਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਅਨੰਦਪੁਰ ਸਾਹਿਬ ਸਨ ਤਾਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਇੱਕ ਵੈਰਾਗੀਆਂ ਦਾ ਟੋਲਾ ਉੱਥੇ ਆਉਂਦਾ ਜਿਹਦਾ ਮੁਖੀ ਮਾਧੋ ਦਾਸ ਹੈ ਤੇ ਉਹ ਬੜੀ ਪਿਆਰੀ ਤੀਰ ਅੰਦਾਜ਼ੀ ਕਰਦਾ ਹੈ। ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਦੱਖਣ ਦੇ ਵਿੱਚ ਜਾਂਦੇ ਨੇ ਤੇ ਜਦੋਂ ਬੁਹਰਾਨਪੁਰ ਤੋਂ ਅੱਗੇ ਦਾਦੂ ਜੈਤ ਰਾਮ ਦੀ ਸਮਾਧ ਦੇ ਉੱਪਰ ਠਹਿਰਦੇ ਨੇ ਤੇ ਉਹ ਜੈਤ ਰਾਮ ਗੁਰੂ ਸਾਹਿਬ ਨੂੰ ਕਹਿੰਦਾ ਕਿ ਤੁਸੀਂ ਅੱਗੇ ਨਾ ਜਾਇਓ, ਕਿ ਅੱਗੇ ਮਾਧੋ ਦਾਸ ਨਾਮ ਦਾ ਜੋਗੀ ਰਹਿੰਦਾ ਹੈ ਜਿਹੜਾ ਹਰ ਆਏ ਗਏ ਅਭਿਆਗਤ ਨੂੰ ਬੇਇੱਜ਼ਤ ਕਰਦਾ ਹੈ ਆਪਣੀ ਤੰਤਰ ਸਾਧਨਾ ਦੇ ਨਾਲ। ਤੇ ਉੱਥੇ ਗੁਰੂ ਸਾਹਿਬ ਦਾ ਜਿਹੜਾ ਜਵਾਬ ਹੈ, ਕਹਿੰਦੇ ਸਾਡਾ ਪ੍ਰਯੋਜਨ ਉਸ ਨੂੰ ਹੀ ਮਿਲਣਾ ਹੈ ਤੇ ਅਸੀਂ ਉਸ ਨੂੰ ਪਹਿਲਾਂ ਵੀ ਮਿਲ ਚੁੱਕੇ ਹਾਂ। ਸੋ ਇਹ ਜਿਹੜੇ ਸਾਰੇ ਸਰੋਤ ਨੇ ਇਹ ਸਿੱਧ ਕਰਦੇ ਨੇ ਕਿ ਮਾਧੋ ਦਾਸ ਜਿਹੜਾ ਉਹ ਕਿਤੇ ਨਾ ਕਿਤੇ ਗੁਰੂ ਸਾਹਿਬ ਨੂੰ ਪਹਿਲਾਂ ਮਿਲ ਵੀ ਚੁੱਕਾ ਸੀ ਤੇ ਗੁਰੂ ਸਾਹਿਬ ਉਸ ਦੇ ਬਾਰੇ ਜਾਣਦੇ ਵੀ ਸੀ ਤੇ ਸਿੱਖ ਵਿਚਾਰਧਾਰਾ ਤੋਂ ਉਹ ਬਕਾਇਦਾ ਕਹਿ ਸਕਦੇ ਹੋ ਕਿ ਉਹ ਜਾਣਕਾਰ ਸੀਗਾ। ਦੂਸਰੀ ਅਹਿਮ ਗੱਲ ਕਿ ਜਦੋਂ ਉਹ ਆਨੰਦਪੁਰ ਸਾਹਿਬ ਆਇਆ ਤੀਰਅੰਦਾਜ਼ ਬਹੁਤ ਵਧੀਆ ਸੀ। ਗੁਰੂ ਸਾਹਿਬ ਨੇ ਉੱਥੇ ਵੀ ਉਹਦੀ ਤੀਰਅੰਦਾਜ਼ੀ ਵੇਖੀ। ਤੇ ਜੇਕਰ ਤੁਸੀਂ ਇੱਕ ਫਾਰਸੀ ਦਾ ਸਰੋਤ ਹੈ ਅਮਰਨਾਮਾ, ਜੇਕਰ ਅਮਰਨਾਮੇ ਨੂੰ ਪੜ੍ਹੋ ਤੇ ਜਦੋਂ ਗੁਰੂ ਸਾਹਿਬ ਉੱਥੇ ਜਾਂਦੇ ਨੇ ਤਾਂ ਸਭ ਤੋਂ ਪਹਿਲਾਂ ਉਹਨੂੰ ਇਹੀ ਗੱਲ ਕਹਿੰਦੇ ਨੇ ਕਿ ਮੈਨੂੰ ਤੀਰ ਅੰਦਾਜ਼ੀ ਕਰਕੇ ਵਿਖਾ ਕਿ ਤੇਰੇ ਵਿੱਚ ਪਹਿਲਾਂ ਵਾਲੀ ਤਾਕਤ ਹੈ ਕਿ ਹੁਣ ਬਿਲਕੁਲ ਤੂੰ ਜੋਗੀ ਬਣ ਚੁੱਕਾ ਹੈ। ਸੋ ਇਹਨਾਂ ਸਾਰੇ ਸਰੋਤਾਂ ਤੋਂ ਪਤਾ ਲੱਗਦਾ ਹੈ ਕਿ ਉਹਦਾ ਜਿਹੜਾ ਸੰਬੰਧ ਹੈ ਗੁਰੂ ਘਰ ਦੇ ਨਾਲ ਗੁਰੂ ਸਾਹਿਬ ਦੇ ਦੱਖਣ ਚ ਮਿਲਾਪ ਤੋਂ ਪਹਿਲਾਂ ਹੀ ਜੁੜ ਚੁੱਕਾ ਸੀ। ਜੀ ਡਾਕਟਰ ਸਾਹਿਬ, ਇਹ ਜੋ ਮਤਲਬ ਜਿਸ ਤਰ੍ਹਾਂ ਦਾ ਇੱਕ ਸਫ਼ਰ ਰਿਹਾ ਹੈ ਮਾਧੋ ਦਾਸ ਦਾ, ਬਚਪਨ ਤੋਂ ਲੈ ਕੇ ਜਦੋਂ ਤੱਕ ਉਹ ਸਿੱਖੀ ਦੇ ਨਾਲ ਜੁੜਿਆ, ਗੁਰੂਆਂ ਦੇ ਨਾਲ ਉਹਦੀ ਬਾਰ-ਬਾਰ ਮੁਲਾਕਾਤ ਹੋਈ, ਉਹਦਾ ਇੱਕ ਇਹੋ ਜਿਹਾ ਐਕਸਪੀਰੀਅੰਸ ਰਿਹਾ ਜਿਹਨੇ ਇੱਕ ਮਾਮੂਲੀ ਗ੍ਰਸਤੀ ਦੇ ਵਿੱਚ ਖੇਤੀਬਾੜੀ ਦੇ ਨਾਲ ਜੁੜੇ ਹੋਏ ਨੌਜਵਾਨ ਨੂੰ ਸਿੱਖੀ ਦਾ ਇੱਕ ਇੰਨਾ ਵੱਡਾ ਸ਼ਹੀਦ, ਇੱਕ ਹੀਰੋ ਬਣਾ ਦਿੱਤਾ। ਇਹਦੇ ਬਾਰੇ ਮੈਂ ਹੋਰ ਸਵਾਲ ਤੁਹਾਡੇ ਨਾਲ ਰੱਖਣਾ ਚਾਹੁੰਦੀ ਹਾਂ। ਡਾਕਟਰ ਸਾਹਿਬ, ਕਿਸ ਤਰ੍ਹਾਂ ਸਿੱਖੀ ਦੇ ਨਾਲ, ਗੁਰੂਆਂ ਦੇ ਨਾਲ ਇਹ ਸਫ਼ਰ ਸ਼ੁਰੂ ਹੋਇਆ ਮਾਧੋ ਦਾਸ ਦਾ? ਕਿਸ ਤਰ੍ਹਾਂ ਮਾਧੋ ਦਾਸ ਬੰਦਾ ਸਿੰਘ ਬਹਾਦਰ ਬਣਿਆ? ਜਿਸ ਹੱਦ ਤੱਕ ਕੁਰਬਾਨੀਆਂ ਦਿੱਤੀਆਂ ਗਈਆਂ ਫੌਜ ਦੇ ਵਿੱਚ, ਜੰਗਾਂ ਦੇ ਵਿੱਚ,
ਆਪ ਅੱਗੇ ਬੱਚਿਆਂ ਦੀ ਕੁਰਬਾਨੀਆਂ ਵੇਖ ਕੇ ਬੰਦਾ ਸਿੰਘ ਬਹਾਦਰ ਨੇ ਕਿਸ ਤਰ੍ਹਾਂ ਆਪ ਦੀ ਜਗ੍ਹਾ ਬਣਾਈ, ਇਹਦੇ ਬਾਰੇ ਮੈਂ ਥੋੜਾ ਜਿਹਾ ਤੁਹਾਡੇ ਤੋਂ ਜਾਣਕਾਰੀ ਲੈਣਾ ਚਾਹਾਂਗੀ। ਇਸ ਯੋਗਦਾਨ ਬਾਰੇ ਸਾਨੂੰ ਥੋੜਾ ਦੱਸੋ। ਜਦੋਂ ਬੰਦਾ ਸਿੰਘ ਬਹਾਦਰ ਦੀ ਗੱਲ ਆਉਂਦੀ ਨਾ ਤਾਂ ਮੈਂ ਇੱਕ ਪੁਰਾਤਨ ਸਰੋਤ ਦੇ ਵਿੱਚ ਪੜ੍ਹਿਆ ਸੀ, ਉਸਨੇ ਬੰਦਾ ਸਿੰਘ ਬਹਾਦਰ ਦੀ ਸ਼ਖਸੀਅਤ ਤੇ ਜੋ ਕੁਝ ਉਸਨੇ ਕੀਤਾ ਹੈ, ਜਾਂ ਕਹਿ ਸਕਦੇ ਹੋ ਕਿ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸੁਣਨ ਤੋਂ ਬਾਅਦ ਜਿਹੜੇ ਉਹਦਾ ਅੰਦਰ ਰੋਹ ਪੈਦਾ ਹੁੰਦਾ ਨਾ, ਤੇ ਉਹ ਕਿਸੇ ਨੇ ਗਾਲਬ ਦੇ ਸ਼ੇਰ ਦੇ ਨਾਲ ਉਸਨੂੰ ਪ੍ਰਭਾਸ਼ਿਤ ਕੀਤਾ ਸੀ ਕਿ ਜਬ ਜਿਸਮ ਹੀ ਜਲ ਗਿਆ ਹੈ तो दिल भी जल गया होगा, खरीदते हो खाक अब जुस्तजू क्या है, रगों में बहने वाले लहू के हम नहीं कायल, जो आँख में न उतरे वो लहू क्या है। ਸੋ ਬੰਦਾ ਸਿੰਘ ਬਹਾਦਰ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮਾਧੋਦਾਸ ਜੋਗੀ ਦੇ ਰੂਪ 'ਚ ਮਿਲਦਾ ਹੈ ਤਾਂ ਉਸ ਵੇਲੇ ਗੁਰੂ ਸਾਹਿਬ ਉਸ ਨੂੰ ਸਾਰਾ ਉਸ ਨੂੰ ਦੱਸਦੇ ਨੇ ਕਿ ਕਿਸ ਤਰ੍ਹਾਂ ਦੇ ਨਾਲ ਆਨੰਦਪੁਰ ਸਾਹਿਬ ਦਾ ਘਟਨਾਕ੍ਰਮ ਵਾਪਰਿਆ, ਕਿਸ ਤਰ੍ਹਾਂ ਦੇ ਨਾਲ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ। ਤੇ ਸਾਰੇ ਘਟਨਾਕ੍ਰਮ ਨੂੰ ਸੁਣਨ ਤੋਂ ਬਾਅਦ ਜਦੋਂ ਉਹ ਮਾਧੋਦਾਸ ਤੋਂ ਬੰਦਾ ਸਿੰਘ ਬਹਾਦਰ ਬਣਦਾ ਹੈ, ਬੇਸ਼ੱਕ ਸਾਡੇ ਕੁਝ ਸਰੋਤਾਂ ਦੇ 'ਚ ਵੀ ਜ਼ਿਕਰ ਮਿਲਦਾ ਹੈ ਕਿ ਪ੍ਰਚਲਿਤ ਨਾਮ ਬੇਸ਼ੱਕ ਬੰਦਾ ਸਿੰਘ ਬਹਾਦਰ ਹੈ, ਪਰ ਉਸ ਵੇਲੇ ਉਸ ਦਾ ਨਾਮ ਗੁਰਬਖਸ਼ ਸਿੰਘ ਜਿਹੜਾ ਸੀ ਉਹ ਰੱਖਿਆ ਗਿਆ। ਦਰਅਸਲ ਮੈਨੂੰ ਇੰਝ ਲੱਗਦਾ ਕਿ ਸਾਡੇ ਸਰੋਤਾਂ ਦੇ ਵਿੱਚ ਤੁਸੀਂ ਬਹੁਤ ਸਾਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਦੇ ਜਿਹੜੇ ਸਰੋਤ ਨੇ ਪੜ੍ਹੋਗੇ ਨਾ, ਤੇ ਬਹੁਤ ਸਾਰੇ ਸਿੱਖ ਜਿਹੜੇ ਬਾਅਦ ਦੇ ਵਿੱਚ ਗੁਰੂ ਸਾਹਿਬ ਦੇ ਕੋਲ ਆ ਕੇ ਖੰਡੇ ਬਾਟੇ ਦੀ ਪਾਹੋ ਲਾ ਕੇ ਸਿੰਘ ਸਾਜਦੇ ਨੇ, ਤੇ ਗੁਰੂ ਵੱਲੋਂ ਬਖਸ਼ਿਆ ਮੰਨ ਕੇ ਉਹਨਾਂ ਦਾ ਨਾਮ ਗੁਰਬਖਸ਼ ਸਿੰਘ ਜਿਹੜਾ ਤਕਰੀਬਨ ਸਾਡੇ ਸਾਹਮਣੇ ਉਹ ਆਉਂਦਾ ਹੈ। ਸੋ ਬੰਦਾ ਸਿੰਘ ਬਹਾਦਰ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ, ਵੇਖੋ ਇੱਕ ਗੱਲ ਬੜੀ ਧਿਆਨ ਦੇ ਨਾਲ ਸਮਝਣ ਵਾਲੀ ਹੈ, ਕਿਉਂਕਿ ਜਦੋਂ ਅਕਸਰ ਅਸੀਂ ਗੱਲ ਕਰਦੇ ਹਾਂ ਮੰਚ ਦੇ ਉੱਪਰ, ਤੇ ਸਾਡੇ ਪ੍ਰਚਾਰਕ ਵੀਰ ਇਹੀ ਗੱਲ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬੰਦਾ ਸਿੰਘ ਬਹਾਦਰ ਨੂੰ ਛੋਟੇ ਸਾਹਿਬਜ਼ਾਦਿਆਂ ਦਾ ਬਦਲਾ ਲੈਣ ਲਈ ਭੇਜਿਆ। ਇਹਨਾਂ ਦੋਹਾਂ ਗੱਲਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ, ਕਿਉਂਕਿ ਉਹਦਾ ਕਾਰਨ ਹੈ ਕਿ ਜਿਹੜੇ ਸਾਡੇ ਇਤਿਹਾਸਕ ਸਰੋਤ ਨੇ ਉਹਨਾਂ ਦੇ 'ਚ ਇਹ ਸ਼ਬਦ ਆ ਗਿਆ ਕਿ ਲੇਵਨ ਤੇ ਬਦਲਾ ਤੁਰਕਨ ਤੇ ਮੋਹੇ ਪਠਾਇਓ ਗੁਰੂ ਸਵੈ ਕਰ ਬੰਦਾ ਮਾਰ ਤੁਕੇ ਕਰ ਖੁਆਰ ਵਜ਼ੀਦੇ ਦਿਓ ਉਜਾੜ ਲਟਿਓ ਸਰੰਦਾ। ਪਰ ਇਹਦੇ 'ਚ ਦੋ ਗੱਲਾਂ ਵੇਖਣੀਆਂ ਪੈਣਗੀਆਂ ਕਿ ਬੰਦਾ ਸਿੰਘ ਬਹਾਦਰ ਦਾ ਪੰਜਾਬ ਵੱਲ ਆਉਣ ਦਾ ਜਿਹੜਾ ਪ੍ਰਯੋਜਨ ਹੈ ਉਸ ਨੂੰ ਤਾਰੀਖ 'ਚ ਵੇਖਣਾ ਪਏਗਾ। ਉਹ ਕੇਵਲ ਤੇ ਕੇਵਲ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਨਹੀਂ ਹੈ, ਬਦਲੇ ਦੀ ਪਰਿਭਾਸ਼ਾ ਹੋ ਰਿਹਾ। ਉਹਦਾ ਜਿਹੜਾ ਨਿਸ਼ਾਨਾ ਹੈ ਉਹ ਸਿੱਖ ਰਾਜ ਜਿਹੜਾ ਉਹਦੀ ਕਾਇਮੀ ਵੀ ਹੈ, ਕਿਉਂਕਿ ਜੇਕਰ ਗੱਲ ਕੇਵਲ ਤੇ ਕੇਵਲ ਬਦਲੇ ਤੱਕ ਸੀਮਤ ਹੋਵੇ ਤਾਂ ਫਿਰ ਤਕਰੀਬਨ 1710 ਦੇ ਵਿੱਚ ਵਜ਼ੀਰ ਖਾਨ ਨੂੰ ਮਾਰਿਆ ਜਾ ਚੁੱਕਾ, ਫਿਰ ਸੰਘਰਸ਼ ਤਾਂ ਖਤਮ ਹੋ ਜਾਣਾ ਚਾਹੀਦਾ ਜੀ, ਕਿਉਂਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਵਿੱਚ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਕਰਨੀ ਦਾ ਫਲ ਦਿੱਤਾ ਜਾ ਚੁੱਕਾ ਹੈ। ਦੂਜੀ ਗੱਲ ਬਦਲਾ ਸ਼ਬਦ, ਬਦਲਾ ਸ਼ਬਦ ਹੁੰਦਾ ਬਦਲ ਦੇ ਵਿੱਚ ਕਤਲ ਕਰਨਾ। ਜਿਸ ਤਰ੍ਹਾਂ ਮੈਂ ਫੋਰ ਐਗਜ਼ਾਮਪਲ ਕਹਾਂ ਕਿ ਤੁਸੀਂ ਮੇਰੇ ਬਾਪ ਦਾ ਕਤਲ ਕੀਤਾ, ਦੋਸ਼ੀ ਤੁਸੀਂ ਹੋ, ਪਰ ਮੈਂ ਉਹਦਾ ਬਦਲਾ ਲੈਣ ਲਈ ਤੁਹਾਡੇ ਬਾਪ ਦਾ ਕਤਲ ਕਰ ਦੇਵਾਂ, ਇਹ ਹੈ ਬਦਲਾ, ਬਦਲ ਦੇ ਵਿੱਚ ਕੀਤਾ ਹੋਇਆ ਕਤਲ। ਬੰਦਾ ਸਿੰਘ ਬਹਾਦਰ ਨੇ ਬਦਲਾ ਨਹੀਂ ਲਿਆ। ਜੇਕਰ ਵਜ਼ੀਰ ਖਾਨ ਨੇ ਗੁਰੂ ਸਾਹਿਬ ਦੇ ਫਰਜ਼ੰਦ ਸ਼ਹੀਦ ਕਰਾਏ ਨੇ ਤੇ ਬੰਦਾ ਸਿੰਘ ਬਹਾਦਰ ਨੇ ਵਜ਼ੀਰ ਖਾਨ ਦਾ ਬੇਟਾ ਨਹੀਂ ਕਤਲ ਕੀਤਾ, ਉਸਨੇ ਜਿਹੜਾ ਦੋਸ਼ੀ ਸੀ ਉਸ ਨੂੰ ਸਜ਼ਾ ਦਿੱਤੀ ਹੈ। ਇਸ ਕਰਕੇ ਅਸੀਂ ਇਸ ਨੂੰ ਕਰਨੀ ਦਾ ਫਲ ਕਿ ਜਿਸ ਨੇ ਜ਼ੁਲਮ ਕੀਤਾ ਹੈ ਉਸ ਨੂੰ ਸਜ਼ਾ ਦੇਣੀ, ਨਾ ਕਿ ਉਹਦੇ ਪਰਿਵਾਰ ਨੂੰ ਜੀ। ਸੋ ਉੱਥੇ ਉਹਨੇ ਇੱਕ ਵੱਖਰਾ ਪੈਰਾਮੀਟਰ ਬੰਦਾ ਸਿੰਘ ਬਹਾਦਰ ਨੇ ਸਾਡੇ ਸਾਹਮਣੇ ਸਿਰਜਿਆ ਕਿ ਉਸਨੇ ਵਜ਼ੀਰ ਖਾਨ ਦਾ ਪਤਨੀ, ਉਸਦਾ ਬੇਟਾ ਜਿਉਂਦੇ ਜੀ ਜਿਹੜੇ ਨੇ ਦਿੱਲੀ ਪਹੁੰਚੇ ਨੇ, ਦੌਲਤ ਮੁਹੰਮਦ ਉਸਦਾ ਨਾਮ ਸੀ। ਸੋ ਇਹ ਗੱਲ ਕਹਿਣੀ ਕਿ ਬਦਲਾ ਸ਼ਬਦ ਸਾਡੀ ਸਾਰੀ ਜਿਹੜੀ ਇਤਿਹਾਸਕ ਵਿਚਾਰਧਾਰਾ ਉਹਨੂੰ ਬੜੇ ਛੋਟੇ ਦਾਇਰੇ 'ਚ ਕੈਦ ਕਰਦਾ ਹੈ। ਸੋ ਦੂਸਰੀ ਗੱਲ ਸੀ ਸਿੱਖ ਰਾਜ ਦੀ ਕਾਇਮੀ। ਸੋ ਬੰਦਾ ਸਿੰਘ ਬਹਾਦਰ ਦੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ 5 ਸਿੱਖਾਂ ਨੂੰ ਬਤੌਰ 5 ਪਿਆਰਿਆਂ ਦੇ ਰੂਪ 'ਚ 5 ਪ੍ਰਧਾਨੀ ਪ੍ਰਥਾ ਨੂੰ ਕਾਇਮ ਰੱਖਣ ਵਾਸਤੇ ਭੇਜਦੇ ਨੇ, ਜਿਨ੍ਹਾਂ ਦੇ 'ਚ 3 ਭਰਾ ਨੇ, ਭਗਵੰਤ ਸਿੰਘ, ਕੌਰ ਸਿੰਘ, ਬਾਜ ਸਿੰਘ, ਉਸ ਤੋਂ ਇਲਾਵਾ ਪਿਤਾ ਤੇ ਪੁੱਤਰ ਕਾਹਨ ਸਿੰਘ ਤੇ ਉਹਨਾਂ ਦਾ ਜਿਹੜਾ ਬਾਪ ਨੇ ਵਿਨੋਦ ਸਿੰਘ। ਇਹ 5 ਜਾਣੇ ਉਹਨਾਂ ਦੇ ਨਾਲ ਭੇਜਦੇ ਨੇ ਤੇ ਉਹਨਾਂ ਨੂੰ ਕਿਹਾ ਵੀ ਜਾਂਦਾ ਬੰਦਾ ਸਿੰਘ ਬਹਾਦਰ ਨੂੰ ਵੀ ਕਿਸੇ ਵੀ ਮੁਸ਼ਕਲ ਦੇ ਸਮੇਂ ਇਹਨਾਂ ਨੂੰ 5 ਪਿਆਰੇ ਸਮਝ ਕੇ ਇਹਨਾਂ ਦੀ ਸਲਾਹ ਲੈਣੀ ਹੈ। ਹੁਣ ਤੁਸੀਂ ਵੇਖੋ ਜਿਹੜਾ ਬੰਦਾ ਸਿੰਘ ਬਹਾਦਰ ਦੇ ਜਿਹੜੇ ਉਹਦੇ ਜਥੇ 'ਚ ਆ ਰਹੇ ਨੇ 5 ਸਿੰਘ ਨੇ, ਉਹਨਾਂ ਦਾ ਮੁਕਾਮ ਕੀ ਹੈ। ਵਜ਼ੀਰ ਖਾਨ ਜਿਸ ਦੇ ਨਾਲ ਜੰਗ ਹੈ ਉਹ 5000 ਹੀ ਮਨਸਬਦਾਰ ਹੈ ਇੱਕ, ਜਿਹੜਾ ਆਪਣੇ ਆਪ ਨੂੰ ਉਦੋਂ ਸਰਹੰਦ ਦਾ ਫੌਜਦਾਰ ਹੈ ਵੀ ਤੇ ਸਮਝ ਵੀ ਰਿਹਾ ਕਿ 5000 ਹੀ ਮਨਸਬਦਾਰ ਹੈ। ਪਰ ਬੰਦਾ ਸਿੰਘ ਬਹਾਦਰ ਦੀ 5 ਪਿਆਰਿਆਂ ਦੇ ਵਿੱਚ ਭੂਮਿਕਾ ਨਿਭਾਉਣ ਵਾਲੇ ਜਿਹੜੇ ਭਗਵੰਤ ਸਿੰਘ ਨੇ ਉਹ ਵੀ 5000 ਹੀ ਮਨਸਬਦਾਰ ਨੇ। ਕਿਸੇ ਸਮੇਂ ਉਹ ਪਾਗੂ ਵਣਜਾਰਾ ਸੀ, ਉਹ ਨਾਟਕ ਦੇ ਵਿੱਚ ਇੱਕ ਰਿਆਸਤ ਕਾਇਮ ਕੀਤੀ, ਉਹਨਾਂ ਨੇ ਔਰੰਗਜ਼ੇਬ ਦੇ ਖਿਲਾਫ ਬਗਾਵਤ ਕੀਤੀ। ਉਹ ਬਕਾਇਦਾ ਔਰੰਗਜ਼ੇਬ ਦੇ ਜਿਹੜੇ ਉਸ ਸਮੇਂ ਦੇ ਜਿਹੜੇ ਦਸਤਾਵੇਜ਼ ਨੇ ਉਹਨਾਂ ਦੇ ਵਿੱਚ ਭਾਗੂ ਵਣਜਾਰੇ ਦਾ ਜ਼ਿਕਰ ਆਉਂਦਾ ਹੈ, ਭਾਈ ਮਨੀ ਸਿੰਘ ਦੇ ਚਾਚੇ ਦੇ ਪਰਿਵਾਰ ਦੇ ਵਿੱਚੋਂ ਸਨ। ਉਸ ਤੋਂ ਬਾਅਦ ਉਹ ਖੰਡੇ ਬੱਟ ਦੀ ਪਾਹੋ ਲੈ ਕੇ ਅੰਮ੍ਰਿਤਧਾਰੀ ਹੁੰਦੇ ਨੇ, ਫਿਰ ਉਹ ਬਕਾਇਦਾ ਤੌਰ ਤੇ ਬੰਦਾ ਸਿੰਘ ਬਹਾਦਰ ਦੇ ਨਾਲ ਸ਼ਹਾਦਤ ਦਿੰਦੇ ਨੇ। ਫਿਰ ਗੁਰੂ ਸਾਹਿਬ ਜਿਹੜੇ ਨੇ ਬੰਦਾ ਸਿੰਘ ਬਹਾਦਰ ਨੂੰ ਕੁਝ ਲਿਖਤੀ ਹੁਕਮ ਦਿੰਦੇ ਨੇ, ਕਿਉਂਕਿ ਗੁਰੂ ਸਾਹਿਬ ਦੱਖਣ ਦੇ ਵਿੱਚ ਨੇ ਤੇ ਪੰਜਾਬ ਦੇ ਬਹੁਤੇ ਲੋਕਾਂ ਨੂੰ ਨਹੀਂ ਪਤਾ ਕਿ ਉੱਥੇ ਕੀ ਵਾਪਰਿਆ। ਸੋ ਇਸ ਗੱਲ ਨੂੰ ਮੰਨਣਾ ਕਿ ਗੁਰੂ ਸਾਹਿਬ ਦਾ ਭੇਜਿਆ ਹੋਇਆ ਜਿਹੜਾ ਜਰਨੈਲ ਆਇਆ
ਉਹ ਇੱਕ ਬਹੁਤ ਵੱਡੀ ਗੱਲ ਸੀ ਕਿ ਗੁਰੂ ਸਾਹਿਬ ਦੇ ਭੇਜੇ ਹੋਏ ਹੁਕਮਨਾਮੇ ਸ਼ੇਰ ਖੰਡੇ ਦੇ ਸਥਾਨ ਤੋਂ, ਇੱਕ ਪਿੰਡ ਦਾ ਨਾਮ ਹੈ ਸ਼ੇਰ ਖੰਡਾ, ਉਸ ਸਥਾਨ ਤੋਂ ਜਿਹੜੇ ਨੇ ਮਾਝੇ ਮਾਲਵੇ ਦੁਆਬੇ ਦੇ ਵੱਖ-ਵੱਖ ਸਿੱਖਾਂ ਨੂੰ ਭੇਜੇ ਜਾਂਦੇ ਨੇ। ਫਿਰ ਸਿੱਖ ਵਹੀਰਾਂ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਦੇ ਵਿੱਚ ਸਰਹੰਦ ਦੀ ਜਿਹੜੀ ਜੰਗ ਹੈ ਉਹਦੇ 'ਚ ਸ਼ਾਮਲ ਹੁੰਦੇ ਨੇ, ਭਾਵੇਂ ਕਿ ਉਸ ਤੋਂ ਪਹਿਲਾਂ ਕਈ ਜੰਗਾਂ ਜਿਹੜੀਆਂ ਨੇ ਉਹ ਲੜੀਆਂ ਵੀ ਜਾ ਚੁੱਕੀਆਂ ਨੇ ਔਰ ਜਿੱਤੀਆਂ ਵੀ ਜਾ ਚੁੱਕੀਆਂ ਨੇ, ਜਿਨ੍ਹਾਂ ਦੇ ਵਿੱਚ ਖਾਸ ਕਰਕੇ ਕਪੂਰੀ ਦਾ ਹਾਕਮ, ਉਸ ਤੋਂ ਬਾਅਦ ਸਡੌਰੇ ਦੀ ਫਤਿਹ ਜਿਹੜੀ ਆਪਣੇ ਆਪ 'ਚ ਬੜੀ ਅਹਿਮੀਅਤ ਰੱਖਦੀ ਹੈ ਕਿ ਸਡੌਰੇ ਦੇ ਵਿੱਚ ਪੀਰ ਬੁੱਧੂ ਸ਼ਾਹ ਜਿਹੜੇ ਸੈਯਦ ਗੁਲਾਮੁਦੀਨ ਦੇ ਬੇਟੇ ਸੀ ਉਹ ਰਿਹਾ ਕਰਦੇ ਸੀ, ਔਰ ਭੰਗਾਣੀ ਦੀ ਜੰਗ ਦੇ ਵਿੱਚ ਜਦੋਂ ਉਹਨਾਂ ਗੁਰੂ ਸਾਹਿਬ ਦੀ ਮਦਦ ਕੀਤੀ ਹੈ ਤਾਂ ਜਿਹੜਾ ਸਡੌਰੇ ਦਾ ਹਾਕਮ ਉਸਮਾਨ ਖਾਨ ਸੀ ਉਸ ਨੂੰ ਪਤਾ ਲੱਗ ਗਿਆ, ਤੇ ਜਦੋਂ ਪੀਰ ਜੀ ਵਾਪਸ ਆਏ ਤਾਂ ਗੁਰੂ ਸਾਹਿਬ ਦੀ ਮਦਦ ਕਰਨ ਦੇ ਦੋਸ਼ ਦੇ ਵਿੱਚ ਪੀਰ ਜੀ ਨੂੰ ਸ਼ਹੀਦ ਬੜਾ ਤਸ਼ੱਦਦ ਕਰਕੇ ਕੀਤਾ ਗਿਆ ਸੀ। ਉਹਨਾਂ ਨੂੰ ਜ਼ਮੀਨ ਦੇ ਵਿੱਚ ਗੱਡ ਕੇ ਉਹਨਾਂ ਦੇ ਸਿਰ ਦੇ ਉੱਪਰ ਦਹੀਂ ਪਾ ਕੇ ਕੁੱਤੇ ਛੱਡ ਦਿੱਤੇ ਗਏ ਸੀ, ਜਿਨ੍ਹਾਂ ਨੋਚ-ਨੋਚ ਕੇ ਪੀਰ ਬੁੱਧੂ ਸ਼ਾਹ ਨੂੰ ਸ਼ਹੀਦ ਕੀਤਾ। ਸੋ ਬੰਦਾ ਸਿੰਘ ਬਹਾਦਰ ਨੇ ਉਸਮਾਨ ਖਾਨ ਨੂੰ ਉੱਥੇ ਕਹਿ ਸਕਦੇ ਹੋ ਕਿ ਹਰਾ ਕੇ ਉਸ ਨੂੰ ਖਤਮ ਕਰਕੇ ਸਡੌਰੇ ਨੂੰ ਫਤਿਹ ਕੀਤਾ, ਸਮਾਣੇ ਨੂੰ ਫਤਿਹ ਕੀਤਾ। ਜਦੋਂ ਕਪੂਰੀ ਦੀ ਘਟਨਾ ਹੈ ਤੇ ਕਪੂਰੀ ਦੇ ਜਿਹੜੇ ਬ੍ਰਾਹਮਣ ਨੇ ਉਹ ਬੰਦਾ ਸਿੰਘ ਬਹਾਦਰ ਕੋਲ ਆਉਂਦੇ ਨੇ ਕਿ ਕਪੂਰੀ ਦਾ ਹਾਕਮ ਕਦਮੁਦੀਨ ਜਿਹੜਾ ਹੈ ਉਸਨੇ ਬਕਾਇਦਾ ਐਲਾਨ ਕੀਤਾ ਹੈ ਕਿ ਹਿੰਦੂਆਂ ਦੀ ਜਿਹੜੀ ਵੀ ਬੱਚੀ ਵਿਆਹਣ ਯੋਗ ਹੋਵੇ ਪਹਿਲਾਂ ਉਹਦੇ ਮਹਿਲ ਦੇ ਵਿੱਚ ਜਾਵੇਗੀ, ਉਸ ਤੋਂ ਬਾਅਦ ਵਿਆਹ ਕੀਤਾ ਜਾਵੇਗਾ। ਫਿਰ ਕਪੂਰੀ ਦੇ ਹਾਕਮ ਨੂੰ ਵੀ ਬੰਦਾ ਸਿੰਘ ਬਹਾਦਰ ਸਜ਼ਾ ਦਿੰਦੇ ਨੇ। ਇਸੇ ਤਰ੍ਹਾਂ ਮੁਖਲਿਸਗੜ੍ਹ ਉਹਨੂੰ ਫਤਿਹ ਕਰਦੇ ਨੇ, ਪਹਿਲੀ ਤੋਪ ਜਿਹੜੀ ਹੈ ਬੰਦਾ ਸਿੰਘ ਬਹਾਦਰ ਦੇ ਹੱਥ ਆਉਂਦੀ ਹੈ। ਸੋ ਸਰਹੰਦ ਦੀ ਫਤਿਹ ਤੱਕ ਬੰਦਾ ਸਿੰਘ ਬਹਾਦਰ ਦਾ ਜਿਹੜਾ ਜੀਵਨ ਹੈ ਬਹੁਤ ਹੀ ਸੰਘਰਸ਼ ਦੇ ਨਾਲ ਭਰਿਆ ਇੱਕ ਜੀਵਨ ਹੈ ਕਿ ਕਿਸ ਤਰ੍ਹਾਂ ਦੇ ਨਾਲ ਉਹ ਆਉਂਦੇ ਨੇ, ਬੜੇ ਥੋੜੇ ਸਿੱਖਾਂ ਦੇ ਨਾਲ ਕਿੰਨਾ ਵੱਡਾ ਜਿਹੜਾ ਇਲਾਕਾ ਉਸ ਨੂੰ ਫਤਿਹ ਕਰਦੇ ਨੇ। ਡਾਕਟਰ ਸੁਖਪ੍ਰੀਤ ਜੀ, ਜਦੋਂ ਅਸੀਂ ਇਸ ਇੱਕ ਐਵੋਲੂਸ਼ਨ ਦੀ ਗੱਲ ਕਰਦੇ ਹਾਂ ਜੋ ਬੰਦਾ ਸਿੰਘ ਬਹਾਦਰ ਦੇ ਜ਼ਿੰਦਗੀ ਦੇ ਵਿੱਚ ਹੋ ਰਿਹਾ ਹੁੰਦਾ, ਉਹਦੇ ਨਾਲ ਦੇ ਨਾਲ ਅਸੀਂ ਕਹਿ ਸਕਦੇ ਹਾਂ ਪੈਰਲਲ ਚੱਲ ਰਿਹਾ ਹੈ ਸਿੱਖੀ ਦਾ ਐਵੋਲੂਸ਼ਨ। ਬਿਲਕੁਲ, ਤੁਸੀਂ ਇਸ ਚੀਜ਼ ਦੇ ਨਾਲ ਸਹਿਮਤੀ ਰੱਖਦੇ ਹੋ ਕਿ ਅਗਰ ਅਸੀਂ ਕੰਪੇਅਰ ਕਰਨਾ ਹੋਏ ਬੰਦਾ ਸਿੰਘ ਬਹਾਦਰ ਇੱਕ ਛੋਟੇ ਮਾਈਕਰੋਕਾਜ਼ਮ ਸੀਗਾ ਜੋ ਵੱਡੇ ਲੈਵਲ ਤੇ ਸਿੱਖੀ ਦੇ ਨਾਲ ਉਸੇ ਦੌਰਾਨ ਹੋ ਰਿਹਾ ਸੀ, ਜਿਸ ਤਰ੍ਹਾਂ ਅਸੀਂ ਇੱਕ ਗੁਰੂ ਨਾਨਕ ਦੇਵ ਜੀ ਦੀ ਜੋ ਸ਼ੁਰੂ ਕੀਤੀ ਹੋਈ ਜੋਤ ਨੂੰ ਲੈ ਕੇ ਇੱਕ ਇੰਨੀ ਵੱਡੀ ਅੱਗ ਜੋ ਗੁਰੂ ਗੋਬਿੰਦ ਸਿੰਘ ਜੀ ਤੱਕ ਪਹੁੰਚ ਗਈ ਸੀ, ਉੱਥੇ ਤੱਕ ਪਹੁੰਚੇ ਆ। ਕੀ ਬੰਦਾ ਸਿੰਘ ਬਹਾਦਰ ਇੱਕ ਅਪਰੋਪਰੀਏਟ ਰਿਪਰੈਜ਼ੈਂਟੇਸ਼ਨ ਹਨ ਉਸ ਹੀ ਜਰਨੀ ਦੀ? ਬਿਲਕੁਲ, ਜਿਸ ਤਰ੍ਹਾਂ ਅਸੀਂ ਪ੍ਰਾਤਨ ਸਰੋਤਾਂ ਨੂੰ ਪੜ੍ਹਦੇ ਨਾ ਤੇ ਜਦੋਂ ਖਾਲਸਾ ਪ੍ਰਗਟ ਕਰਦੇ ਨੇ ਤਾਂ ਸਾਡੇ ਸਰੋਤ ਕਹਿੰਦੇ ਨੇ ਕਿ ਲੋਹਾ ਉਹੀ ਹੈ ਜਿਹੜਾ ਗੁਰੂ ਨਾਨਕ ਸਾਹਿਬ ਨੇ ਤਿਆਰ ਕੀਤਾ, ਉਹਦੀ ਘਾੜਤ ਗੁਰੂ ਸਾਹਿਬ ਨੇ ਘੜ ਦਿੱਤੀ। ਤੇ ਜਦੋਂ ਗੁਰੂ ਸਾਹਿਬ ਤੋਂ ਬਾਅਦ ਬੰਦਾ ਸਿੰਘ ਬਹਾਦਰ ਆਉਂਦਾ ਨਾ ਤੇ ਫਿਰ ਲਿਖਿਆ ਜਾਂਦਾ ਤਲਵਾਰ ਉਹੀ ਹੈ, ਮਿਆਨ ਬਦਲਿਆ। ਸੋ ਇਹ ਬੜੀ ਅਹਿਮ ਗੱਲ ਹੈ ਕਿ ਬੰਦਾ ਸਿੰਘ ਬਹਾਦਰ ਜਿਹੜੀ ਗੁਰੂ ਨਾਨਕ ਸੱਚੇ ਪਾਤਸ਼ਾਹ ਤੋਂ ਵਿਚਾਰਧਾਰਾ ਸ਼ੁਰੂ ਹੋਈ ਕਿ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਕਲੀ ਮੇਰੀ ਆਓ, ਉਸ ਵਿਚਾਰਧਾਰਾ ਨੂੰ ਅੱਗੇ ਲੈ ਕੇ ਵਧਦੇ ਨੇ। ਤੇ ਇੰਨੀ ਵੱਡੀ ਸੂਰਬੀਰਤਾ ਤੋਂ ਬਾਅਦ ਜੇਕਰ ਅਸੀਂ ਇਤਿਹਾਸ ਦੇ ਵਿੱਚ ਉਹਨਾਂ ਦੇ ਜੀਵਨ ਦਾ ਸਮਰਪਣ ਵੇਖਣਾ ਹੋਵੇ ਤਾਂ ਜਦੋਂ ਉਹਨਾਂ ਨੇ ਜਿਹੜੇ ਇਲਾਕਿਆਂ ਦੀ ਮੈਂ ਪਹਿਲਾਂ ਗੱਲ ਕੀਤੀ ਤੁਹਾਡੇ ਨਾਲ, ਜਦੋਂ ਉਹਨਾਂ ਨੇ ਸਾਰੇ ਇਲਾਕੇ ਫਤਿਹ ਕਰ ਲਏ ਨਾ ਤੇ ਉਸ ਵੇਲੇ ਬਾਬਾ ਬਾਜ ਸਿੰਘ ਉਹਨਾਂ ਨੂੰ ਇੱਕ ਸਵਾਲ ਕਰਦੇ ਨੇ, ਕਹਿੰਦੇ ਨੇ ਕਿ ਅਸੀਂ ਇਲਾਕੇ ਫਤਿਹ ਕਰ ਲਏ ਨੇ ਤੇ ਸਾਡਾ ਨਿਸ਼ਾਨਾ ਤਾਂ ਸਰਹੰਦ ਹੈ, ਕਿਉਂਕਿ ਸਰਹੰਦ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਛੋਟੇ ਫਰਜ਼ੰਦ ਜਿਹੜੇ ਸੀਗੇ ਉਹ ਸ਼ਹੀਦ ਕੀਤੇ ਗਏ ਸੀ ਜਿਵਾ ਕਰਕੇ। ਸੋ ਸਾਡਾ ਨਿਸ਼ਾਨਾ ਤੇ ਸਰਹੰਦ ਹੈ ਤੇ ਸਾਨੂੰ ਸਰਹੰਦ ਦੇ ਉੱਪਰ ਹਮਲਾ ਕਰ ਦੇਣਾ ਚਾਹੀਦਾ ਕਿਉਂਕਿ ਸਾਡੀਆਂ ਜਿੱਤਾਂ ਤੋਂ ਬਾਅਦ ਸਰਹੰਦ ਦੇ ਹਾਕਮ ਨੂੰ ਪਤਾ ਲੱਗ ਚੁੱਕਾ ਹੈ ਕਿ ਸਿੱਖ ਜਿਹੜੇ ਨੇ ਜਥੇਬੰਦਕ ਹੋ ਕੇ ਉਧਰ ਆ ਰਹੇ ਨੇ ਤੇ ਉਹ ਜਹਾਦ ਦੇ ਨਾਮ ਦੇ ਉੱਪਰ ਹੋਰ ਮੁਸਲਮਾਨ ਜਰਨੈਲਾਂ ਨੂੰ ਇਕੱਠੇ ਕਰ ਰਿਹਾ। ਕਿਉਂਕਿ ਉਸ ਸਮੇਂ ਸਰਹੰਦ ਦੇ ਅਧੀਨ ਜਿਹੜੇ ਨੇ 28 ਪਰਗਣੇ ਆਉਂਦੇ ਸੀ ਜੀ, 28 ਛੋਟੇ-ਛੋਟੇ ਜਿਹੜੇ ਇਲਾਕੇ ਆਉਂਦੇ ਸੀਗੇ ਤੇ ਉਹਨਾਂ ਇਲਾਕਿਆਂ ਦੀ 49000 ਜਿਹੜੀ ਪੈਦਲ ਫੌਜ ਸੀ, ਉਸ ਤੋਂ ਇਲਾਵਾ ਘੋੜਸਵਾਰ ਫੌਜ ਸੀ, ਤੋਪਾਂ ਸੀ, ਬਹੁਤ ਸਾਰੀ ਗਿਣਤੀ ਦੇ ਵਿੱਚ ਆਮ ਲੋਕ ਜਿਹੜੇ ਫੌਜੀ ਨਹੀਂ ਵੀ ਹੈਗੇ ਉਹ ਵੀ ਇਸ ਕਰਕੇ ਫੌਜ 'ਚ ਸ਼ਾਮਲ ਹੋ ਗਏ ਕਿ ਇਸਲਾਮ ਨੂੰ ਖਤਰਾ ਜੀ। ਧਾਰਮਿਕ ਨਾਰਾ ਦੇਣ ਤੋਂ ਬਾਅਦ ਜਿਹੜਾ ਜਹਾਦ ਦਾ ਨਾਰਾ ਦਿੱਤਾ ਗਿਆ ਤੇ ਬੰਦਾ ਸਿੰਘ ਬਹਾਦਰ ਦਾ ਉੱਥੇ ਜਵਾਬ ਬੜਾ ਪਿਆਰਾ ਹੈ, ਕਹਿੰਦਾ ਕਿ ਇਹ ਗੱਲ ਠੀਕ ਹੈ ਕਿ ਸਰਹੰਦ ਦਾ ਹਾਕਮ ਮਜ਼ਬੂਤ ਹੋ ਰਿਹਾ, ਉਹ ਲੋਕਾਂ ਨੂੰ ਇਕੱਠੇ ਕਰ ਰਿਹਾ ਤੇ ਅਸੀਂ ਵੀ ਹੁਣ ਇਸ ਵੇਲੇ ਮਜ਼ਬੂਤ ਹਾਂ, ਪਰ ਮੈਂ ਸਰਹੰਦ ਨੂੰ ਉਹਨਾਂ ਚਿਰ ਤੱਕ ਫਤਿਹ ਨਹੀਂ ਕਰਨਾ ਚਾਹੁੰਦਾ ਜਿੰਨੇ ਚਿਰ ਤੱਕ ਉਹ ਲੋਕ ਜਿਨ੍ਹਾਂ ਨੂੰ ਸੁਨੇਹੇ ਭੇਜੇ ਨੇ ਮਾਝੇ ਮਾਲਵੇ ਦੁਆਬੇ ਦੇ ਉਹ ਲੋਕ ਸੰਘਰਸ਼ 'ਚ ਸ਼ਾਮਲ ਨਹੀਂ ਹੁੰਦੇ, ਕਿਉਂਕਿ ਸਰਹੰਦ ਦੇ ਪ੍ਰਤੀ ਉਹਨਾਂ ਦੇ ਮਨ 'ਚ ਵੀ ਬਰਾਬਰ ਦਾ ਗੁੱਸਾ ਹੈ, ਮੈਂ ਇਸ ਜਿੱਤ ਦਾ ਕ੍ਰੈਡਿਟ ਇਕੱਲਾ ਨਹੀਂ ਲੈਣਾ ਚਾਹੁੰਦਾ। ਸੋ ਇੱਥੋਂ ਪਤਾ ਲੱਗਦਾ ਹੈ ਕਿ ਉਸ ਸੂਰਬੀਰਤਾ ਦੇ ਨਾਲ ਉਹਦੇ ਅੰਦਰ ਗੁਰੂ ਘਰ ਪ੍ਰਤੀ ਸਮਰਪਣ ਕਿੰਨਾ ਸੀ। ਡਾਕਟਰ ਸਾਹਿਬ, ਅੱਜ 9 ਜੂਨ ਅਸੀਂ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਦੇ ਬਾਰੇ ਡਿਸਕਸ਼ਨ ਕਰ ਰਹੇ ਹਾਂ। ਇਹ ਕਹਿਣਾ ਇਨਫ ਨਹੀਂ ਹੈ ਕਿ ਅਸੀਂ ਉਹਨਾਂ ਦੀ ਸ਼ਹੀਦੀ ਨੂੰ ਯਾਦ ਕਰਦੇ ਹਾਂ। ਯਾਦ ਕਰਨ ਲਈ ਤਾਂ ਕੈਲੰਡਰ ਤੇ ਬੰਦਾ ਕੁਝ ਟਿਕ ਮਾਰਕ ਕਰਕੇ ਉੱਥੇ ਤੱਕ ਹੀ ਛੱਡ ਦਿੰਦਾ ਹੈ, ਬਟ ਯਾਦ ਤੋਂ ਉੱਪਰ ਉੱਠ ਕੇ
ਸਮਝਣਾ ਕਿ ਇਹ ਸਫ਼ਰ ਕਿੱਦਾਂ ਦਾ ਰਿਹਾ, ਇਸ ਸਫ਼ਰ ਦਾ ਇੰਪੈਕਟ ਸਿੱਖੀ ਉੱਤੇ ਅਤੇ ਸਿੱਖ ਇਤਿਹਾਸ 'ਤੇ ਕਿੰਨੇ ਵੱਡੇ ਲੈਵਲ 'ਤੇ ਅੱਜ ਵੀ ਅਸੀਂ ਮਹਿਸੂਸ ਕਰਦੇ ਹਾਂ, ਉਹਨੂੰ ਸਮਝਣ ਲਈ ਖਾਸ ਕਰਕੇ ਮਿਲੀਟਰੀ ਜੋ ਇੱਕ ਸਟ੍ਰੈਟਜੀ, ਮਿਲੀਟਰੀ ਜੀਨੀਅਸ ਜਿਹਨੂੰ ਕਿਹਾ ਜਾਂਦਾ ਹੈ, ਉਹ ਚਮਕੌਰ ਦੇ ਵਿੱਚ ਪਾਈ ਜਾਂਦੀ ਹੈ। ਇਹਦੇ ਬਾਰੇ ਇਤਿਹਾਸ ਅਤੇ ਤੁਹਾਡੀ ਰਿਸਰਚ ਕੀ ਕੁਝ ਦੱਸਦੀ ਹੈ ਸਾਨੂੰ? ਵੇਖੋ, ਇਸ ਤਰ੍ਹਾਂ ਕਿ ਜਦੋਂ ਅਸੀਂ ਚਮਕੌਰ ਦੀ ਜੰਗ ਦੀ ਗੱਲ ਕਰਦੇ ਹਾਂ ਨਾ, ਤਾਂ ਉੱਥੇ ਫਿਰ ਜਿਹੜੀ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਇੱਕ ਐਪੀਸੋਡ ਦੇ ਵਿੱਚ ਕਿ ਇਹ ਜਿਹੜੇ ਵਾਪਰੇ ਹੋਏ ਵਰਤਾਰੇ ਨੇ, ਅਸੀਂ ਇਹਨਾਂ ਨੂੰ ਡਿਫਾਈਨ ਕਿਵੇਂ ਕਰਨਾ। ਹੁਣ ਸਾਡੇ ਬਹੁਤ ਸਾਰੇ ਵੀਰ ਕਹਿ ਦਿੰਦੇ ਚਮਕੌਰ ਸਾਕਾ, ਸਾਕਾ ਚਮਕੌਰ ਸ਼ਬਦ ਵਰਤੇ ਨੇ। ਸਾਕਾ ਸਰਹੰਦ ਹੈ, ਚਮਕੌਰ ਸਾਕਾ ਨਹੀਂ ਹੈ, ਕਿਉਂਕਿ ਸਾਕਾ ਉਹ ਵਰਤਾਰਾ ਹੁੰਦਾ ਹੈ ਜਿਹਦੇ ਵਿੱਚ ਜਿਸ ਨੂੰ ਸ਼ਹੀਦ ਕੀਤਾ ਜਾ ਰਿਹਾ ਉਹਦੇ ਵੱਲੋਂ ਕਿਸੇ ਤਰ੍ਹਾਂ ਦਾ ਹਥਿਆਰਬੰਦ ਵਿਰੋਧ ਨਹੀਂ ਹੁੰਦਾ। ਸੋ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਸਾਕਾ ਹੈ, ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਸਾਕਾ ਹੈ, ਸਰਹੰਦ ਸਾਕਾ ਹੈ, ਨਨਕਾਣਾ ਸਾਹਿਬ ਸਾਕਾ ਹੈ, ਕਿ ਜਿੱਥੇ ਸ਼ਹਾਦਤ ਦੇਣ ਵਾਲਾ ਵਿਅਕਤੀ ਹਥਿਆਰਬੰਦ ਸੰਘਰਸ਼ ਨਹੀਂ ਕਰ ਰਿਹਾ ਹੁੰਦਾ, ਉਹ ਸਾਕਾ ਹੁੰਦਾ। ਹੁਣ ਚਮਕੌਰ ਦੇ ਬਾਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਜ਼ਫਰਨਾਮੇ 'ਚ ਲਿਖਦੇ ਨੇ, ਚੂ ਦੀਦਮ ਬਾ ਨਾਹਰ ਬਾ ਆਮਦ ਬਾ ਜੰਗ ਚਸ਼ੀਦੇ ਜੱਕੇ ਤੀਰ ਮਨ ਬੇਦਰੰਗ। ਉਹ ਜੰਗ ਦੀ ਗੱਲ ਕਰਦੇ ਨੇ। ਸੋ ਚਮਕੌਰ ਜੰਗ ਹੈ, ਜਿਸ ਜੰਗ ਦੇ ਵਿੱਚ ਬੜਾ ਥੋੜਾ ਜਿਹਾ ਇੱਕ ਇਲਾਕਾ, ਜਿਸ ਨੂੰ ਕੱਚੀ ਗੜੀ ਅਸੀਂ ਕਹਿੰਦੇ ਹਾਂ, ਉਸ ਥੋੜੇ ਜਿਹੇ ਖਿੱਤੇ ਦੇ ਵਿੱਚ 40 ਸਿੰਘਾਂ ਦੇ ਨਾਲ ਦੁਸ਼ਮਣ ਦੀ ਉਹ ਫੌਜ ਜਿਸ ਨੂੰ ਅਣਗਿਣਤ ਕਿਹਾ ਗੁਰੂ ਸਾਹਿਬ ਨੇ, ਬਰੰਗੇ ਮਗਸ ਬੇਸ਼ੁਮਾਰ ਆਇਦਸ ਮਿਆਂ ਤੇ ਗੋਤੀਰੋ ਤਫੰਗ ਆਇਦਸ਼। ਜਾਂ ਇੱਕ ਥਾਂ ਤੇ ਲਿਖਦੇ ਨੇ ਕਿ ਗਰਸਨਾ ਕੇ ਕਾਰੇ ਕੁਨਦ ਚਹਿਲ ਨਰ ਬਾਦੈ ਲਖ ਬਰ ਆਇਦ ਬਰੋ ਬੇਖਬਰ, ਕਿ ਲੱਖਾਂ ਦੀ ਫੌਜ ਦੀ ਗਿਣਤੀ ਹੋਣੀ, ਦੂਜੇ ਪਾਸੇ ਭੁੱਖੇ ਪਿਆਸੇ 40 ਸਿੱਖ ਜਿਨ੍ਹਾਂ ਦੇ ਕੋਲ ਜਿਹੜੇ ਸ਼ਸਤਰ ਨੇ ਉਹ ਵੀ ਖੁੰਡੇ ਹੋ ਚੁੱਕੇ ਨੇ, ਜਾਂ ਫਿਰ ਹਕੂਮਤ ਦੇ ਮੁਕਾਬਲੇ ਦੇ ਸ਼ਸਤਰ ਨਹੀਂ। ਇੱਕ ਬਿਲਕੁਲ ਅਨਬੈਲੈਂਸਡ ਅਸਾਮੀ ਜੰਗ। ਉਸ ਜੰਗ ਦੇ ਵਿੱਚ ਗੁਰੂ ਸਾਹਿਬ ਦੇ ਵੱਡੇ ਔਰ ਛੋਟੇ ਫਰਜ਼ੰਦ ਸਾਹਿਬਜ਼ਾਦਾ ਅਜੀਤ ਸਿੰਘ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਦੀ ਸ਼ਹਾਦਤ, ਉਸ ਸ਼ਹਾਦਤ ਨੂੰ ਗੁਰੂ ਸਾਹਿਬ ਦੇ ਵੱਲੋਂ ਆਪਣੀ ਲਿਖਤ ਦੇ ਵਿੱਚ ਜਿਹੜਾ ਡਿਸਕ੍ਰਾਈਬ ਕਰਨਾ, ਉਹਦੇ ਵਿੱਚ ਜਿਹੜਾ ਰੂਪ ਹੈ ਉਹਨਾਂ ਦੀ ਚੜ੍ਹਦੀ ਕਲਾ ਦਾ, ਉਹ ਕਹਿੰਦੇ ਚਿਹਾਂ ਸ਼ੁੱਧ ਕੇ ਕੀ ਹੋ ਗਿਆ, ਬੱਚਗਾ ਕੁਛ ਤਾਂ ਚਾਰ, ਮੇਰੇ 4 ਪੁੱਤਰ ਸ਼ਹੀਦ ਹੋ ਗਏ, ਕੀ ਹੋ ਗਿਆ, ਤੇ ਬਾਕੀ ਬਿਮਾਨਦਸਤ ਪੇਚੀ ਦਾ ਵਾਸ, ਕਿ ਮੇਰਾ ਖਾਲਸਾ ਜਿਉਂਦਾ, ਜਿਹਨੂੰ ਅਸੀਂ ਪੰਜਾਬੀ 'ਚ ਕਹਿੰਦੇ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ ਮੋਏ ਤੋਂ ਕਿਆ ਪਿਆ ਜੀਵਤ ਕਈ ਹਜ਼ਾਰ। ਉਸ ਜੰਗ ਚਮਕੌਰ ਦੀ ਜੰਗ ਨੂੰ ਸਾਹਮਣੇ ਰੱਖ ਕੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਗੁਰਦਾਸ ਨੰਗਲ ਦੀ ਗੜੀ ਦੀ ਜੰਗ ਆਉਂਦੀ ਹੈ, ਇਹਦੀਆਂ 2 ਗੜੀਆਂ ਨੇ, ਚਮਕੌਰ ਦੀ ਗੜੀ ਤੇ ਗੁਰਦਾਸ ਨੰਗਲ ਦੀ ਗੜੀ। ਜਦੋਂ ਇਹਨਾਂ 2 ਗੜੀਆਂ ਦੀ ਜੰਗ ਦੀ ਗੱਲ ਆਉਂਦੀ ਹੈ ਤਾਂ ਸਾਡੇ ਬਹੁਤ ਸਾਰੇ ਇਤਿਹਾਸਕ ਵਰਤਾਰਿਆਂ ਤੋਂ ਅਣਜਾਣ ਵੀਰ ਇਹ ਸਵਾਲ ਅੱਗੇ ਰੱਖ ਦਿੰਦੇ ਨੇ ਕਿ ਜੇ ਚਮਕੌਰ ਦੀ ਗੜੀ ਦੇ ਵਿੱਚ ਗੁਰੂ ਸਾਹਿਬ ਦੇ ਫਰਜ਼ੰਦ ਤੇ ਉਹਨਾਂ ਦੇ 40 ਸਿੱਖ ਮੁਗਲਾਂ ਨਾਲ ਜੂਝ ਕੇ ਸ਼ਹਾਦਤਾਂ ਪ੍ਰਾਪਤ ਕਰ ਲੈਂਦੇ ਨੇ, ਤੇ ਗੁਰਦਾਸ ਨੰਗਲ ਦੀ ਗੜੀ ਦੇ ਵਿੱਚੋਂ ਬੰਦਾ ਸਿੰਘ ਬਹਾਦਰ ਦੀ ਗ੍ਰਿਫਤਾਰੀ ਕਿਉਂ ਹੋਈ? ਜੀ ਇੱਕ ਸਵਾਲ ਹੈ ਵੀ ਆ ਜੀ ਕਿ ਉਹਨਾਂ ਨੂੰ ਜਿੰਦਾ ਗ੍ਰਿਫਤਾਰ ਕਿਉਂ ਕੀਤਾ ਗਿਆ। ਹੁਣ ਉਹਦੇ 'ਚ ਸਭ ਤੋਂ ਪਹਿਲਾਂ ਤਾਂ ਦੋਵਾਂ ਗੜੀਆਂ ਦੇ ਜਿਹੜੀ ਸਾਨੂੰ ਟੋਪੋਗ੍ਰਾਫੀ ਹੈ, ਉਹਨਾਂ ਦੇ ਜਿਹੜੇ ਭੂਗੋਲਿਕ ਹਾਲਤ ਨੇ ਉਹ ਵੇਖਣੇ ਪੈਣਗੇ। ਚਮਕੌਰ ਦੀ ਗੜੀ ਬਹੁਤ ਛੋਟੀ ਹੈ, ਉਹਨੂੰ ਘੇਰਾ ਬਹੁਤ ਟਾਈਟ ਪਾਇਆ ਹੋਇਆ, ਤੇ ਦੁਸ਼ਮਣ ਦਾ ਪ੍ਰਯੋਜਨ ਇਹ ਹੈ ਕੱਸੇ ਹਰ ਕੇ ਕੌਲੇ ਕੁਰਾਨ ਬਾਇਦਸ਼ ਜਾਂ ਕੁਸਤਨੋਂ ਬਸਤਨੋਂ ਬਾਇਦਸ਼, ਕਿ ਸਾਰਿਆਂ ਨੂੰ ਖਤਮ ਕਰਨਾ ਹੈ। ਦੂਸਰੇ ਪਾਸੇ ਜਿਹੜਾ ਗੁਰਦਾਸ ਨੰਗਲ ਦੀ ਗੜੀ ਦਾ ਘੇਰਾ ਹੈ, ਚਮਕੌਰ ਦੀ ਗੜੀ ਦਾ ਘੇਰਾ ਕੇਵਲ 1 ਦਿਨ ਦਾ ਹੈ, ਉੱਥੇ 8 ਮਹੀਨੇ ਦਾ ਹੈ, ਅਪ੍ਰੈਲ ਤੋਂ ਲੈ ਕੇ ਦਸੰਬਰ ਤੱਕ, ਔਰ ਪੂਰੀ ਤਰ੍ਹਾਂ ਦੇ ਨਾਲ ਅਸੀਂ ਬਲੌਕੇਡ ਜਿਹਨੂੰ ਕਹਿੰਦੇ ਆ, ਬੜੇ ਦੂਰ ਦੇ ਇਲਾਕੇ ਤੋਂ ਕੀਤੀ ਗਈ ਹੈ। ਉੱਥੇ ਸਿੱਧੀ ਆਮੋ ਸਾਹਮਣੀ ਹੱਥ ਤੋਂ ਹੱਥ ਦੀ ਜੰਗ ਨਹੀਂ ਹੋ ਰਹੀ, ਉੱਥੇ ਅਸਤਰ ਵਰਤੇ ਜਾ ਰਹੇ ਨੇ, ਤੀਰਾਂ ਦੀ ਵਰਤੋਂ ਹੋ ਰਹੀ ਹੈ, ਉੱਥੇ ਬੰਦੂਕਾਂ ਦੀ ਵਰਤੋਂ ਹੋ ਰਹੀ ਹੈ, ਉੱਥੇ ਤੋਪਾਂ ਦੀ ਵਰਤੋਂ ਹੋ ਰਹੀ ਹੈ, ਔਰ ਉਹਨਾਂ ਦਾ ਨਿਸ਼ਾਨਾ ਇਹ ਹੈ ਕਿ ਅੰਦਰ ਜਿਹੜਾ ਇਹਨਾਂ ਦੇ ਕੋਲ ਰਸਤ ਪਾਣੀ ਖਾਣ ਦਾ ਜੋ ਵੀ ਸਾਧਨ ਹੈ ਖਤਮ ਹੋ ਜਾਵੇ, ਇਹਨਾਂ ਦੇ ਹਥਿਆਰ ਜਿਹੜੇ ਉਹ ਖਤਮ ਹੋ ਜਾਣ, ਤੇ ਇਹਨਾਂ ਨੂੰ ਗ੍ਰਿਫਤਾਰ ਕਰਨਾ ਹੈ। ਸੋ ਉੱਥੇ ਨਿਸ਼ਾਨਾ ਹੀ ਇਹ ਹੈ ਕਿ ਗ੍ਰਿਫਤਾਰ ਕਰਕੇ ਉਹਨਾਂ ਨੂੰ ਉਸ ਇਲਾਕੇ ਦੇ ਵਿੱਚੋਂ ਪਕੜ ਕੇ ਬਦਨਾਮ ਕਰਨਾ ਜਾਂ ਦੀਨੇ ਇਸਲਾਮ 'ਚ ਲੈ ਕੇ ਆਉਣਾ। ਸੋ ਪਹਿਲੀ ਗੱਲ ਤੇ ਦੋਹਾਂ ਪੱਖਾਂ ਦਾ ਭੂਗੋਲਿਕ ਖੇਤਰ ਦਾ ਅੰਤਰ ਹੈ, ਦੂਜੀ ਗੱਲ ਜੰਗ ਦੇ ਨਿਸ਼ਾਨੇ ਦਾ ਅੰਤਰ ਹੈ। ਤੇ ਤਕਰੀਬਨ ਅਪ੍ਰੈਲ ਤੋਂ ਲੈ ਕੇ 15 ਦਸੰਬਰ 1715 ਤੱਕ ਲਗਾਤਾਰ 8 ਮਹੀਨੇ ਹੋ ਗਏ ਜੂਝਦੇ ਨੇ, ਗਿਣਤੀ 350 ਹੈ, ਔਰ ਬਾਹਰ ਫੌਜ ਜਿਹੜੀ ਘੇਰਾ ਪਾਈ ਬੈਠੀ ਹੈ, ਉਹਦਾ ਜ਼ਿਕਰ ਡਾਕਟਰ ਵਿਲੀਅਮ ਇਰਵਨ ਖਾਫੀ ਖਾਨ ਦੇ ਹਵਾਲੇ ਦੇ ਨਾਲ ਆਪਣੀ ਅੰਗਰੇਜ਼ੀ ਦੀ ਕਿਤਾਬ ਦਾ ਲੇਟਰ ਮੁਗਜ਼ ਦੇ ਵਿੱਚ ਕਰਦਾ ਹੈ ਕਿ 60,000 ਤੋਂ ਵੱਧ ਤਾਂ ਇੱਕ ਸੂਬੇ ਦੀ ਫੌਜ ਸੀ। ਉਹਦੇ ਤੋਂ ਇਲਾਵਾ ਜੰਮੂ ਕਸ਼ਮੀਰ, ਉਦਤ ਸਿੰਘ ਮੰਦੇਲਾ, ਰਾਜਾ ਛਤਰਸਾਲ, ਦਲੇਰੇ ਜੰਗ ਅਬਦੁਲ ਸਮਦ ਖਾਨ, ਖਾਨ ਬਹਾਦਰ ਜ਼ਕਰੀਆ ਖਾਨ, ਇਹ ਸਾਰਿਆਂ ਰਾਜਾਂ ਦੀ ਫੌਜ ਪਾ ਕੇ ਗਿਣਤੀ ਲੱਖਾਂ 'ਚ ਹੋ ਜਾਂਦੀ ਹੈ। ਇੰਨਾ ਵੱਡਾ ਘੇਰਾ, ਔਰ ਇਸ ਘੇਰੇ ਦੇ ਬਾਵਜੂਦ 8 ਮਹੀਨੇ ਦੁਸ਼ਮਣ ਦੇ ਅੱਗੇ ਲੜਨਾ, ਜਦੋਂ ਅੰਦਰ ਖਾਣ ਦੇ ਵਾਸਤੇ ਕੁਝ ਵੀ ਨਾ ਰਿਹਾ। ਵਿਲੀਅਮ ਇਰਵਿਨ ਲਿਖਦਾ ਕਿ ਇਹ ਹਾਲਾਤ ਹੋ ਗਏ ਕਿ ਸਿੱਖਾਂ ਨੇ ਆਪਣੇ ਮਰ ਚੁੱਕੇ ਘੋੜਿਆਂ ਦਾ ਮਾਸ ਖਾ ਕੇ ਵੀ ਗੁਜ਼ਾਰਾ ਕੀਤਾ।
ਇਹ ਗੱਲ ਵਿਲੀਅਮ ਮੇਰਮਨ ਲਿਖਦਾ ਖਾਫੀ ਖਾਨ ਦੇ ਹਵਾਲੇ ਦਾ। ਹੁਣ ਜਦੋਂ ਬੰਦਾ ਸਿੰਘ ਬਹਾਦਰ ਨਿਢਾਲ ਹੋ ਚੁੱਕੇ ਨੇ, ਖਾਣ ਨੂੰ ਕੁਛ ਨਹੀਂ, ਕੋਈ ਦੋ ਰਾਹ ਨੇ, ਜਾਂ ਤੇ ਆਤਮ ਹੱਤਿਆ ਕਰ ਲੈਣ, ਤੇ ਸਿੱਖ ਆਤਮ ਹੱਤਿਆ ਤਾਂ ਕਰਦਾ ਨਹੀਂ। ਫਿਰ ਜਦੋਂ ਬਿਲਕੁਲ ਨਿਢਾਲ ਹੋ ਗਏ ਤੇ ਫਿਰ ਗੜੀ ਦੇ ਦਰਵਾਜ਼ੇ ਨੂੰ ਖੋਲ ਕੇ ਉਹਨਾਂ ਵੱਲੋਂ ਉਹਨਾਂ ਨੂੰ ਬੇਹੋਸ਼ੀ ਦੀ ਹਾਲਤ ਦੇ ਵਿੱਚ ਜਾਂ ਬੜੀ ਮਾੜੀ ਸਰੀਰਕ ਹਾਲਤ ਦੇ ਵਿੱਚ ਗ੍ਰਿਫਤਾਰ ਕਰ ਲਿਆ ਜਾਂਦਾ। ਹੁਣ ਇੱਥੇ ਜਦੋਂ ਮੰਨ ਲਓ ਤੁਸੀਂ ਹੋ, ਤੁਹਾਨੂੰ 25 ਜਣਿਆਂ ਨੇ ਘੇਰਿਆ, ਤੁਸੀਂ ਨਿਢਾਲ ਅਵਸਥਾ ਦੇ ਵਿੱਚ ਹੋ, ਤੁਹਾਡੇ ਕੋਲ ਸ਼ਸਤਰ ਜਿਹੜੇ ਨੇ ਉਹ ਦੂਰ ਦੇ ਲੜਨ ਦੇ ਖਤਮ ਹੋ ਚੁੱਕੇ ਨੇ, ਤੁਹਾਡੇ ਕੋਲ ਬੰਦੂਕਾਂ ਤੇ ਨੇ, ਗੋਲੀਆਂ ਨਹੀਂ, ਤੁਹਾਡੇ ਕੋਲ ਕਮਾਨ ਤੇ ਹੈ ਪਰ ਤੁਹਾਡੇ ਕੋਲ ਤੀਰ ਨਹੀਂ। ਫਿਰ ਦੁਸ਼ਮਣ ਨੇ ਸੋਚਣਾ ਹੈ ਕਿ ਤੁਹਾਨੂੰ ਉੱਥੇ ਕਤਲ ਕਰ ਦੇਣਾ ਜਾਂ ਗ੍ਰਿਫਤਾਰ ਕਰਨਾ। ਸੋ ਬੰਦਾ ਸਿੰਘ ਬਹਾਦਰ ਨੂੰ ਉੱਥੋਂ ਗ੍ਰਿਫਤਾਰ ਕਰਕੇ ਜਦੋਂ ਲਾਹੌਰ ਲਿਆਇਆ ਜਾਂਦਾ ਤੇ ਲਾਹੌਰ ਜਦੋਂ ਖਾਨ ਬਹਾਦਰ ਜ਼ਕਰੀਆ ਖਾਨ ਦਾ ਬਾਪ ਦਲੇਰੇ ਜੰਗ ਅਬਦੁਲ ਸਮਦ ਖਾਨ ਦਿੱਲੀ ਦੇ ਬਾਦਸ਼ਾਹ ਫਰਖਸੀਅਰ ਨੂੰ ਚਿੱਠੀ ਲਿਖਦਾ ਨਾ, ਤੇ ਇਹੀ ਕਹਿੰਦਾ ਗ੍ਰਿਫਤਾਰ ਕਰ ਲਿਆ, ਹੁਣ ਕੀ ਕੀਤਾ ਜਾਵੇ? ਕਹਿੰਦਾ ਦਿੱਲੀ ਭੇਜੋ, ਕਿਉਂਕਿ ਮੈਨੂੰ ਖੁਸ਼ੀ ਬਹੁਤ ਆ, ਸਾਰੇ ਸ਼ਹਿਰ 'ਚ ਪੈਸਿਆਂ ਦੀ ਵਰਖਾ ਕੀਤੀ ਜਾਵੇ ਤੇ ਅੱਜ ਇੱਕ ਨਮਾਜ਼ ਵੱਧ ਪੜ੍ਹੀ ਜਾਵੇ। ਸੋ ਉੱਥੇ ਪ੍ਰਯੋਜਨ ਹੀ ਇਹ ਸੀ ਕਿ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕਰਕੇ ਇਹਦਾ ਇੱਕ ਸੀਨ ਬਣਾਇਆ ਜਾਏ। ਬਿਲਕੁਲ ਇਸ ਇੱਕ ਫੈਕਟ ਦੇ ਨਾਲ ਤੁਸੀਂ ਸਾਨੂੰ ਵਾਕਿਫ ਕੀਤਾ। ਥੈਂਕ ਯੂ ਸੋ ਮਚ, ਬਿਕਾਜ਼ ਇਹ ਸਵਾਲ ਆਫ ਕੋਰਸ ਉੱਠਦਾ ਹੈ, ਬਟ ਇਹਦਾ ਜਵਾਬ ਅੱਜ डिटेल्स ਦੇ ਨਾਲ ਸਾਨੂੰ ਮਿਲਿਆ। ਐਂਡ ਆਫ ਕੋਰਸ ਇੱਕ ਸਕੋਲਰ, ਇੱਕ ਆਥਰ ਹੋਣ ਦੇ ਨਾਤੇ, ਇੱਕ ਹਿਸਟੋਰੀਅਨ, ਰਿਸਰਚਰ ਹੋਣ ਦੇ ਨਾਤੇ ਤੁਹਾਡੇ ਜੋ ਰਿਸੋਰਸਿਸ ਹਨ ਉਹ ਸਭ ਤੋਂ ਜ਼ਿਆਦਾ ਮਾਇਨੇ ਰੱਖਦੇ ਆ, ਸਭ ਤੋਂ ਜ਼ਿਆਦਾ ਇੰਪੋਰਟੈਂਸ ਕਿਸੇ ਵੀ ਰਾਈਟਰ ਦੇ ਰਿਸੋਰਸਿਸ ਹੁੰਦੇ। ਇਨ ਰਿਸੋਰਸਿਸ ਬਾਰੇ ਮੈਂ ਕੁਝ ਸਵਾਲ ਤੁਹਾਡੇ ਅੱਗੇ ਰੱਖਣਾ ਚਾਹੁੰਦੀ ਹਾਂ, ਖਾਸ ਕਰਕੇ ਜੋ ਬਾਹਰਲੇ ਮੁਲਕਾਂ ਦੇ ਕਮਿਊਨਿਟੀਜ਼ ਦੇ ਕੁਝ ਰਿਸੋਰਸਿਸ ਹਨ। ਪੱਤਰਕਾਰਾਂ ਨੂੰ ਖਾਸ ਕਰਕੇ ਪੁਰਾਣੇ ਜ਼ਮਾਨੇ ਦੇ ਵਿੱਚ ਇਹ ਸਿਖਾਇਆ ਜਾਂਦਾ ਸੀ ਕਿ ਤੁਹਾਡੀ ਸਟੋਰੀ, ਕੋਈ ਵੀ ਤੁਸੀਂ ਫੈਕਟ ਪ੍ਰੈਜ਼ੈਂਟ ਕਰਦੇ ਹੋ, ਉਹਦੇ ਮਿਨੀਮਮ ਟੂ ਮਿਨੀਮਮ 2 ਸੋਰਸਿਸ ਹੋਣੇ ਚਾਹੀਦੇ। ਇੱਕ ਸੋਰਸ ਨੂੰ ਦੂਜਾ ਕਨਫਰਮ ਕਰੇ, 2 ਤੋਂ ਵੱਧ ਜਿੰਨੇ ਜ਼ਿਆਦਾ ਹੋਣ ਉਨੀ ਜ਼ਿਆਦਾ ਮਜ਼ਬੂਤ ਤੁਹਾਡੀ ਸਟੋਰੀ, ਤੁਹਾਡੇ ਫੈਕਟਸ ਹੁੰਦੇ ਆ। ਤੇ ਸੋਰਸਿਸ ਦੇ ਬਲਬੂਤੇ ਉੱਤੇ ਜਦੋਂ ਹਿਸਟੋਰੀਕਲ ਕਿਤਾਬਾਂ ਲਿਖੀਆਂ ਜਾਂਦੀਆਂ, ਉਹਨਾਂ ਦੇ ਵਿੱਚ ਕਿੰਨਾ ਕੁ ਵਜ਼ਨ ਹੁੰਦਾ ਹੈ। ਖਾਸ ਕਰਕੇ ਜਦੋਂ ਅਸੀਂ ਸਿੱਖ ਇਤਿਹਾਸ ਦੀ ਗੱਲ ਕਰਦੇ ਹਾਂ, ਸਿੱਖ ਇਤਿਹਾਸ ਜੋ ਬਾਹਰਲੇ ਹਿਸਟੋਰੀਅਨਸ ਨੇ ਜਾਂ ਇੰਡੀਵਿਜੂਅਲਸ ਨੇ ਲਿਖਿਆ ਹੈ, ਉਹਦੇ ਵਿੱਚ ਕੀ ਕੁਝ ਪਾਇਆ ਜਾ ਸਕਦਾ ਹੈ, ਇਹਦੇ ਬਾਰੇ ਥੋੜ੍ਹੇ ਜਿਹੇ ਦੱਸਣ ਲਈ ਐਂਡ ਖਾਸ ਕਰਕੇ ਬੰਦਾ ਸਿੰਘ ਬਹਾਦਰ ਜੀ ਦੇ ਅੱਜ ਸ਼ਹੀਦੀ ਦਿਵਸ ਤੇ ਸਾਡੇ ਨਾਲ ਹੋਰ ਜਾਣਕਾਰੀ ਸ਼ੇਅਰ ਕਰਨ ਲਈ ਇੱਕ ਵਾਰੀ ਫਿਰ ਡਾਕਟਰ ਸੁਖਪ੍ਰੀਤ ਜੀ ਨੂੰ ਸਵਾਗਤ ਕਰਦੇ ਹਾਂ। ਡਾਕਟਰ ਸਾਹਿਬ, ਤੁਸੀਂ ਸਾਨੂੰ ਇਸ ਸਫ਼ਰ ਬਾਰੇ, ਇਸ ਜਰਨੀ ਬਾਰੇ ਦੱਸਿਆ। ਇੱਕ ਛੋਟੀ ਜੀ ਨਾਜ਼ੁਕ ਮਾਸੂਮ ਉਮਰ ਤੋਂ ਉੱਠਿਆ ਹੋਇਆ ਬੰਦਾ ਸਿੰਘ ਬਹਾਦਰ ਕਿਸ ਤਰ੍ਹਾਂ ਉਸ ਸ਼ਹਾਦਤ ਤੱਕ ਪਹੁੰਚਿਆ, ਜਿਹਦਾ ਹਲੇ ਵੀ ਸਿੱਖੀ ਦੇ ਵਿੱਚ ਕਿੰਨੀ ਵੱਡੀ ਦੇਣ ਹੈ। ਇਨ ਸੋਰਸਿਸ ਬਾਰੇ ਸਾਨੂੰ ਦੱਸੋ, ਬਿਕਾਜ਼ ਤੁਹਾਡੀ ਬਾਕੀ ਕਿਤਾਬਾਂ ਦੇ ਵਿੱਚ ਵੀ ਅਸੀਂ ਪਹਿਲੇ ਵੀ ਗੱਲ ਕਰ ਰਹੇ ਸੀ, ਤੁਹਾਡੀ ਨਵੀਂ ਜੋ ਕਿਤਾਬ ਆਈ ਹੈ ਜੋ ਕਿ ਸਾਨੂੰ ਬਾਬਾ ਮੱਖਣ ਸ਼ਾਹ ਲੁਬਾਣਾ ਦੇ ਇਤਿਹਾਸ ਬਾਰੇ ਦੱਸਦੀ ਹੈ। ਇਸ ਕਿਤਾਬ ਦੇ ਵਿੱਚ ਵੀ ਤੁਸੀਂ ਕਿੰਨੇ ਸਾਲਾਂ ਆਪਣੇ ਸੋਰਸਿਸ ਨੂੰ ਇਕੱਠਾ ਕੀਤਾ, ਜਮ੍ਹਾਂ ਕੀਤਾ, ਉਹਨਾਂ ਦੇ ਵਿੱਚ ਖੋਜ ਕੀਤੀ। ਤੇ ਜਦੋਂ ਅਸੀਂ ਬੰਦਾ ਸਿੰਘ ਬਹਾਦਰ ਜੀ ਦੇ ਬਾਰੇ ਪੜ੍ਹਦੇ ਹਾਂ, ਸਾਨੂੰ ਬਾਹਰਲੇ ਸੋਰਸਿਸ ਕੀ ਦੱਸਦੇ, ਖਾਸ ਕਰਕੇ ਤੁਹਾਡੀ ਜੋ ਰਿਸਰਚ ਪਰਸ਼ੀਅਨ ਅਤੇ ਇੰਪੀਰੀਅਲ ਕੋਰਟ ਦੇ ਰਿਸੋਰਸਿਸ ਦੇ ਵਿੱਚ ਰਹੀ ਹੈ? ਹਾਂ ਬਿਲਕੁਲ, ਜਦੋਂ ਅਸੀਂ ਅੱਜ ਦੇ ਦਿਹਾੜੇ ਗੱਲ ਕਰ ਰਹੇ ਹਾਂ ਤਾਂ ਜਿਹੜਾ 9 ਜੂਨ 1716 ਨੂੰ ਬਾਬਾ ਬੰਦਾ ਸਿੰਘ ਬਹਾਦਰ ਦਾ ਅਸੀਂ ਸ਼ਹੀਦੀ ਦਿਵਸ ਮੰਨਿਆ, ਇਹ ਵੀ ਡਾਕਟਰ ਗੰਡਾ ਸਿੰਘ ਹੁਣਾਂ ਨੇ ਜਿਹੜੇ ਉਸ ਸਮੇਂ ਦੇ ਹਿਜਰੀ ਕੈਲੰਡਰ ਹੈ ਇਸਲਾਮ ਦਾ, ਉਹਦੇ ਮੁਤਾਬਕ ਹੀ ਲਿਖਿਆ ਹੈ। ਇਸੇ ਤਰ੍ਹਾਂ ਜਦੋਂ ਉਸ ਨੂੰ ਪਹਿਲਾਂ ਬਿਕਰਮੀ ਦੇ ਵਿੱਚ ਕਨਵਰਟ ਕਰਨ ਦੀ ਕੋਸ਼ਿਸ਼ ਕੀਤੀ ਗਈ, ਜੂਲੀਅਨ ਟੂ ਗ੍ਰੈਗੋਰੀਅਨ, ਤੇ ਸਰਦਾਰ ਸੋਹਣ ਸਿੰਘ ਸੀਤਲ ਹੁਣਾਂ ਨੇ 19 ਜੂਨ 1716 ਲਿਖਿਆ ਹੈ। ਤੇ ਜਦੋਂ ਪਾਲ ਸਿੰਘ ਪੁਰੇਵਾਲ ਹੁਣਾਂ ਨੇ ਨਾਨਕਸ਼ਾਹੀ ਕੈਲੰਡਰ ਤਿਆਰ ਕੀਤਾ ਤੇ ਫਿਰ ਉਹਦੇ ਮੁਤਾਬਕ ਇਹ ਜਿਹੜੀ ਤਰੀਕ ਸੀ 26 ਜੂਨ 1716 ਬਣਦੀ ਸੀ। ਸੋ ਜਿਹੜਾ 9 ਜੂਨ ਹੈ, ਇਹ ਸਾਡੇ ਕੋਲ ਜਿਹੜੇ ਇਸਲਾਮਿਕ ਕੈਲੰਡਰ ਦੇ ਵਿੱਚ, ਹਿਜਰੀ ਕੈਲੰਡਰ ਦੇ ਵਿੱਚ ਜਿਹੜੀ ਤਰੀਖਾਵਲੀ ਆਈ ਉਸ ਨੂੰ ਕਰਵਸ਼ਨ ਦੇ ਵਿੱਚੋਂ ਨਿਕਲਿਆ ਹੋਇਆ। ਸੋ ਬੰਦਾ ਸਿੰਘ ਬਹਾਦਰ ਦੇ ਸਮੇਂ ਜਦੋਂ ਅਸੀਂ ਇੰਪੀਰੀਅਲ ਕੋਰਟ ਦੇ ਜਿਹੜੇ ਸੋਰਸ ਨੇ ਉਹਨਾਂ ਦੀ ਗੱਲ ਕਰਦੇ ਹਾਂ ਤਾਂ ਉਹਨਾਂ 'ਚ ਸਭ ਤੋਂ ਅਹਿਮ ਸਰੋਤ ਆ ਜਾਂਦਾ ਅਖਬਾਰ ਅਤੇ ਦਰਬਾਰੇ ਮੌਲਾ, ਕਿ ਅਖਬਾਰ ਖਬਰਾਂ ਦਾ ਸੰਗ੍ਰਹਿ। ਉਸ ਸਮੇਂ ਜਿਹੜਾ ਹਕੂਮਤ ਨੂੰ ਖਬਰਾਂ ਜਿਹੜੇ ਵੱਖ-ਵੱਖ ਉਹਨਾਂ ਦੇ ਹਕੂਮਤ ਦੇ ਨਾਮਾਨਗਾਰ ਨੇ, ਜਿਹੜੇ ਪ੍ਰੈਸ ਰਿਪੋਰਟਰ ਨੇ, ਉਹ ਭੇਜ ਰਹੇ ਨੇ, ਜਿਹੜਾ ਕਿ ਅਸਲ ਦੇ ਵਿੱਚ ਮੂਲ ਰੂਪ ਵਿੱਚ ਇਸ ਵੇਲੇ ਬੀਕਾਨੇਰ ਜੈਪੁਰ ਰਿਕਾਰਡਸ ਦੇ ਵਿੱਚ ਪਿਆ ਹੋਇਆ। ਅੱਛਾ ਜੀ। ਉਹਦੇ ਵਿੱਚ ਬਹੁਤ ਸਾਰੀਆਂ ਥਾਵਾਂ ਦੇ ਉੱਪਰ ਬਾਬਾ ਬੰਦਾ ਸਿੰਘ ਬਹਾਦਰ ਦਾ ਜ਼ਿਕਰ ਹੈ। ਔਰ ਮੈਂ ਵੇਖਦਾ ਕਿ ਜਿਹੜਾ ਉੱਚ ਅਹਿਮ ਜ਼ਿਕਰ ਹੈ ਨਾ, ਉਹਦੇ ਵਿੱਚ ਵੇਖੋ ਕਿ ਬੰਦਾ ਸਿੰਘ ਬਹਾਦਰ ਦੀ ਸ਼ਖਸੀਅਤ ਦਾ ਪ੍ਰਭਾਵ ਉਹ ਕਿਵੇਂ ਪੇਸ਼ ਕਰ ਰਹੇ ਨੇ। ਇੱਕ ਜਗ੍ਹਾ ਦੇ ਉੱਪਰ ਉਹਦੇ 'ਚ ਇੱਕ ਕੋਟੇਸ਼ਨ ਆਉਂਦੀ ਹੈ ਕਿ ਬੰਦਾ ਸਿੰਘ ਬਹਾਦਰ ਤੋਂ ਸਿੱਖ ਹੀ ਨਹੀਂ ਬਲਕਿ ਮੁਸਲਮਾਨ ਵੀ ਪ੍ਰਭਾਵਿਤ ਹੋ ਰਹੇ ਨੇ।
ਅੱਛਾ, ਉਹਦੇ ਬਾਰੇ ਸ਼ਬਦ ਬੜੇ ਮਾੜੇ ਵਰਤੇ ਨੇ, ਮਨਹੂਸ, ਕਾਲੇ ਮੂੰਹ ਵਾਲਾ, ਕੁੱਤਾ। ਬੰਦਾ ਸਿੰਘ ਬਹਾਦਰ ਦੇ ਸ਼ਬਦ ਇਵੇਂ ਦੇ ਵਰਤੇ ਨੇ। ਅੱਛਾ ਜੀ। ਇਵੇਂ ਦੇ ਸ਼ਬਦ ਹੀ ਕਾਫੀ ਖਾਨ ਵਰਤਦਾ ਹੈ ਮੁੰਤਕਿਬੁਲ ਲਬਾਬ ਦੇ ਵਿੱਚ, ਇਵੇਂ ਦੇ ਸ਼ਬਦ ਹੀ ਸਿਆਰੁਲ ਮੁਤਾਖਰੀਨ ਦੇ ਵਿੱਚ ਗੁਲਾਮ ਹੁਸੈਨ ਵਰਤਦਾ ਹੈ, ਇਹੋ ਹੀ ਸ਼ਬਦ ਹਾਜੀ ਕਾਮਵਾਰ ਖਾਨ ਵਰਤਦਾ ਹੈ। ਸੋ ਉਹ ਜਿੰਨੇ ਵੀ ਉਸ ਸਮੇਂ ਦੇ ਫਾਰਸੀ ਸਰੋਤ ਨੇ, ਬੰਦਾ ਸਿੰਘ ਬਹਾਦਰ ਉਹਨਾਂ ਵਾਸਤੇ ਇੱਕ ਦੁਸ਼ਮਣ ਹੈ ਜੀ। ਤਾਂ ਉਹ ਵੀ ਅਸਲੀ ਉਹ ਮਨਹੂਸ, ਕਾਲੇ ਮੂੰਹ ਵਾਲਾ, ਕੁੱਤਾ, ਬੜੇ ਇਵੇਂ ਦੇ ਸ਼ਬਦ ਵਰਤਦੇ ਨੇ। ਉਹ ਦੂਜੀ ਜਗ੍ਹਾ ਤੇ ਜਾ ਕੇ ਲਿਖਦਾ ਹੈ ਕਿ ਅਹਿਮ ਗੱਲ ਇਹ ਹੈ ਕਿ ਬਹੁਤ ਸਾਰੇ ਮੁਸਲਮਾਨ ਬੰਦਾ ਸਿੰਘ ਬਹਾਦਰ ਦੀ ਫੌਜ ਦੇ ਵਿੱਚ ਸ਼ਾਮਲ ਹੋ ਗਏ ਨੇ ਤੇ ਉਹਨਾਂ ਨੂੰ ਬਕਾਇਦਾ ਤੌਰ ਤੇ ਜਿੱਥੇ ਤਨਖਾਹ ਦਿੱਤੀ ਜਾ ਰਹੀ ਹੈ ਉੱਥੇ 5 ਨਮਾਜ਼ਾਂ ਪੜ੍ਹਨ ਦੀ ਇਜਾਜ਼ਤ ਵੀ ਦਿੱਤੀ ਜਾ ਰਹੀ ਹੈ। ਸੋ ਇਹ ਵੀ ਆਪਣੇ ਆਪ 'ਚ ਇੱਕ ਬਹੁਤ ਵੱਡੀ ਕਹਿ ਸਕਦੇ ਹਾਂ ਕਿ ਬੰਦਾ ਸਿੰਘ ਬਹਾਦਰ ਦੀ ਉਸ ਸਮੇਂ ਦੀ ਪ੍ਰਾਪਤੀ ਹੈ ਕਿ ਉਹਦੀ ਪੇਸ਼ਕਾਰੀ ਦੁਸ਼ਮਣ ਜਿਹੜਾ ਉਹਨੂੰ ਵੀ ਸੱਚ ਬੋਲਣ ਵਾਸਤੇ ਮਜਬੂਰ ਹੋਣਾ ਪੈ ਰਿਹਾ। ਇੱਕ ਤੀਸਰੀ ਗੱਲ ਆਉਂਦੀ ਹੈ ਕਿ ਇਹ ਖਬਰ ਤੁਹਾਡੇ ਤੱਕ ਪਹੁੰਚਾਉਂਦਿਆਂ ਹੈਰਾਨੀ ਹੋ ਰਹੀ ਹੈ ਕਿ ਚੌਧਰੀ ਨਸੀਰਦੀਨ ਅੰਮ੍ਰਿਤ ਛਕ ਕੇ ਨਸੀਰ ਸਿੰਘ ਬਣ ਗਿਆ। ਸੋ ਇਹ ਸਭ ਤੋਂ ਵੱਡੀ ਗੱਲ ਹੈ ਨਾ। ਸੋ ਇਹ ਜਿਹੜੇ ਉਸ ਸਮੇਂ ਦੇ ਰਿਕਾਰਡ ਨੇ, ਜੇਕਰ ਤੁਸੀਂ ਵੇਖੋ ਤੇ ਤੁਹਾਨੂੰ ਪਤਾ ਲੱਗੇਗਾ ਕਿ ਬੰਦਾ ਸਿੰਘ ਬਹਾਦਰ ਦਾ ਇੰਪੈਕਟ ਕਿੰਨਾ ਹੈ ਲੋਕਾਂ ਦੇ ਉੱਤੇ, ਇਨਫਲੂਐਂਸ ਕਿਸ ਤਰ੍ਹਾਂ ਦਾ ਹੈ ਨਾ, ਕਿ ਕਿਵੇਂ ਦਾ ਪ੍ਰਭਾਵ ਸਿਰਜ ਰਿਹਾ ਹੈ। ਉਸ ਤੋਂ ਬਾਅਦ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਦੀ ਗੱਲ ਆਉਂਦੀ ਹੈ ਤੇ ਸ਼ਹਾਦਤ ਦੇ ਸਮੇਂ ਵੀ ਵੇਖੋ, ਜਦੋਂ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਉਹਦੇ ਨਾਲ ਗ੍ਰਿਫਤਾਰ ਕੀਤੇ ਗਏ ਲੋਕਾਂ ਦੀ ਗਿਣਤੀ ਇੰਨੀ ਜ਼ਿਆਦਾ ਨਹੀਂ ਹੈ। ਪਰ ਜਦੋਂ ਗ੍ਰਿਫਤਾਰ ਕਰਨ ਤੋਂ ਬਾਅਦ ਲਾਹੌਰ ਤੇ ਲਾਹੌਰ ਤੋਂ ਬਾਅਦ ਦਿੱਲੀ ਲਿਜਾਇਆ ਜਾਂਦਾ ਹੈ ਤੇ ਕਮਰੂਦੀਨ ਮੀਰ ਆਤਸ਼, ਮੀਰ ਮਨੂੰ ਦਾ ਬਾਪ, ਦਲੇਰੇ ਜੰਗ ਅਬਦੁਲ ਸਮਦ ਖਾਨ ਦੇ ਪੁੱਤਰ ਜ਼ਕਰੀਆ ਖਾਨ ਨੂੰ ਕਹਿੰਦਾ ਹੈ ਕਿ ਸਾਡਾ ਬਾਦਸ਼ਾਹ ਦੇ ਅੱਗੇ ਜਦੋਂ ਇਹਨਾਂ 300 ਲੋਕਾਂ ਨੂੰ ਪੇਸ਼ ਕਰਾਂਗੇ ਤੇ ਕਿਹੜਾ ਮੂੰਹ ਲੈ ਕੇ ਜਾਵਾਂਗੇ ਕਿ 8 ਮਹੀਨੇ ਦਾ ਘੇਰਾ, ਇੰਨੀ ਫੌਜ ਦੀ ਗਿਣਤੀ ਤੇ 300 ਸਿੱਖ ਸਾਡੇ ਅੱਗੇ ਟਿਕੇ ਹੋਏ ਨੇ। ਕਹਿੰਦਾ ਫਿਰ ਕੀ ਕੀਤਾ ਜਾਵੇ? ਕਹਿੰਦਾ ਜਨਤਕ ਤੌਰ ਤੇ ਪਿੰਡਾਂ ਦੇ ਵਿੱਚੋਂ ਆਮ ਲੋਕਾਂ ਨੂੰ ਵੀ ਫੜਨਾ ਸ਼ੁਰੂ ਕਰ ਦਿਓ। ਫਿਰ ਤੁਸੀਂ ਪਿੰਡਾਂ ਦੇ ਵਿੱਚੋਂ ਆਮ ਨਿਰਦੋਸ਼ ਲੋਕ ਗ੍ਰਿਫਤਾਰ ਕੀਤੇ ਜਾਂਦੇ ਨੇ, ਜਿਹੜੇ ਆਮ ਨਾਨਕ ਨਾਮ ਲੈਵਾ ਸਿੱਖ ਨੇ, ਤੇ ਦਿੱਲੀ ਤੱਕ ਪਹੁੰਚਦਿਆਂ ਇਹਨਾਂ ਦੇ ਧੜਾਂ ਦੇ 700 ਗੱਡੇ ਭਰ ਲਏ ਜਾਂਦੇ ਨੇ। 3000 ਸਿੱਖਾਂ ਦਾ ਸਿਰ ਜਿਹੜਾ ਨੇਜਿਆਂ ਤੇ ਟੰਗ ਲਿਆ ਜਾਂਦਾ ਤੇ ਬਾਬਾ ਬੰਦਾ ਸਿੰਘ ਬਹਾਦਰ ਤੇ ਉਸਦੇ 740 ਸਾਥੀਆਂ ਨੂੰ ਘੋੜਿਆਂ ਦੇ ਉੱਪਰ ਬੰਨਿਆ ਜਾਂਦਾ। ਸੋ ਤੁਸੀਂ ਵੇਖੋ ਕਿ ਕਿੰਨਾ ਵੱਡਾ ਨਿਰਦੋਸ਼ਾਂ ਦਾ ਕਤਲੇਆਮ ਹੁੰਦਾ ਹੈ। 29 ਫਰਵਰੀ 1716, ਕਿਉਂਕਿ 1716 ਲੀਪ ਈਅਰ ਸੀਗਾ। 29 ਫਰਵਰੀ ਨੂੰ ਜਦੋਂ ਇਹ ਜਲੂਸ ਲਾਲ ਕਿਲੇ ਦੇ ਸਾਹਮਣੇ ਜਾਂਦਾ ਹੈ ਤੇ ਉਸ ਵੇਲੇ ਫਰਕਸੀਅਰ ਨੂੰ ਕਮਰੂਦੀਨ ਮੀਰ ਆਤਸ਼ ਕਹਿੰਦਾ ਕੀ ਕੀਤਾ ਜਾਵੇ। ਉਹ ਕਹਿੰਦਾ ਬੰਦਾ ਸਿੰਘ ਬਹਾਦਰ ਤੇ ਇਸਦੇ ਸਾਥੀ 25 ਸਾਥੀ ਜਿਹੜੇ ਖਾਸ ਸਾਥੀ ਨੇ, ਉਹਨਾਂ ਨੂੰ ਸਲੀਮਗੜ੍ਹ ਦੇ ਕਿਲੇ 'ਚ, ਉਸ ਦਾ ਤਕਰੀਬਨ 3.25 ਸਾਲ ਦਾ ਬੇਟਾ, 3.5 ਸਾਲ ਦਾ ਬੇਟਾ, ਉਸ ਨੂੰ ਦਰਬਾਰੀ ਖਾਨ ਦੇ ਹਵਾਲੇ ਕਰ ਦਿਓ ਤੇ ਜਿਹੜੇ ਬਾਕੀ 700 ਸਿੱਖ ਨੇ ਉਹਨਾਂ ਨੂੰ ਕੋਤਵਾਲੀ ਭੇਜ ਦਿਓ ਤੇ ਸਰਬਰਾ ਖਾਨ ਨੂੰ ਕਹੋ ਕਿ ਰੋਜ਼ ਦੇ 100 ਸਿੱਖ ਨੂੰ ਕਤਲ ਕਰੇ। ਰੋਜ਼ 100 ਸਿੱਖਾਂ ਦਾ ਕਤਲੇਆਮ ਹੁੰਦਾ ਹੈ। ਉਸ ਤੋਂ ਬਾਅਦ 9 ਜੂਨ, ਜਿਹੜੇ ਅੱਜ ਦੇ ਕੈਲੰਡਰ ਦੇ ਮੁਤਾਬਕ 25 ਜੂਨ 1716 ਨੂੰ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰਨ ਦੇ ਵਾਸਤੇ ਸਲੀਮਗੜ੍ਹ ਦੇ ਕਿਲੇ ਚੋਂ ਕੱਢ ਕੇ ਖਵਾਜਾ ਬਖਤਿਆਰ ਕਾਕੀ ਦੀ ਦਰਗਾਹ ਦੇ ਸਾਹਮਣੇ ਲਿਜਾਇਆ ਜਾਂਦਾ। ਹੁਣ ਇਹ ਇੱਕ ਬੜਾ ਅਹਿਮ ਸਵਾਲ ਹੈ ਕਿ ਬੰਦਾ ਸਿੰਘ ਬਹਾਦਰ ਦੇ ਨਾਲ ਜਿਹੜੇ ਗ੍ਰਿਫਤਾਰ ਕੀਤੇ ਗਏ ਸਿੱਖ ਨੇ ਉਹਨਾਂ ਨੂੰ ਤਾਂ ਕੋਤਵਾਲੀ ਸ਼ਹੀਦ ਕੀਤਾ ਜਾਂਦਾ ਤੇ ਬੰਦਾ ਸਿੰਘ ਬਹਾਦਰ ਨੂੰ ਉੱਥੇ ਕਿਉਂ ਲਿਜਾਇਆ ਗਿਆ? ਕੋਤਵਾਲੀ ਵੀ ਕਤਲ ਕੀਤਾ ਜਾ ਸਕਦਾ ਸੀ। ਉਹਦੇ ਪਿੱਛੇ 2 ਕਾਰਨ ਬੜੇ ਵੱਡੇ ਨੇ ਜੀ। ਪਹਿਲਾ ਕਾਰਨ ਤੇ ਇਹ ਹੈ ਕਿ ਬਹਾਦਰ ਸ਼ਾਹ, ਜਿਹੜਾ ਪਹਿਲਾਂ ਸ਼ਹਿਜ਼ਾਦਾ ਮੁਅੱਜ਼ਮ ਸੀ, ਤੇ ਬੰਦਾ ਸਿੰਘ ਬਹਾਦਰ ਦੇ ਖਿਲਾਫ ਜਦੋਂ ਉਹ ਪੰਜਾਬ ਦੇ ਵਿੱਚ ਮੁਹਿੰਮ ਦੇ ਉੱਪਰ ਗਿਆ ਹੈ ਨਾ, ਤੇ ਬੰਦਾ ਸਿੰਘ ਬਹਾਦਰ ਤੋਂ ਇੰਨਾ ਡਰ ਚੁੱਕਾ ਸੀ ਕਿ ਜਦੋਂ ਉਹਦੀ ਮੌਤ ਹੁੰਦੀ ਹੈ ਨਾ, ਉਹ ਪਾਗਲ ਹੋ ਚੁੱਕਾ ਸੀ। ਉਹਦੀ ਲਾਹੌਰ ਤੋਂ ਡੈੱਡ ਬੋਡੀ ਨੂੰ ਲਿਆ ਕੇ ਉਸ ਦੀ ਮ੍ਰਿਤਕ ਦੇਹ ਨੂੰ ਖਵਾਜਾ ਬਖਤਿਆਰ ਕਾਕੀ ਦੀ ਦਰਗਾਹ ਦੇ ਕੋਲ ਦਫਨਾਇਆ ਜਾਂਦਾ ਤੇ ਮੁਸਲਮਾਨ ਇਹ ਵਿਸ਼ਵਾਸ ਕਰਦੇ ਨੇ ਕਿ ਬੰਦਾ ਸਿੰਘ ਬਹਾਦਰ ਤੋਂ ਡਰਦਾ ਮਨੋਰੋਗੀ ਹੋ ਕੇ ਮਰ ਗਿਆ ਤੇ ਇਹਦੀ ਕਬਰ ਦੇ ਸਾਹਮਣੇ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕੀਤਾ ਜਾਵੇ ਤੇ ਇਹਦੀ ਆਤਮਾ ਨੂੰ ਸ਼ਾਂਤੀ ਮਿਲੇਗੀ। ਦੂਜਾ, ਖਵਾਜਾ ਬਖਤਿਆਰ ਕਾਕੀ ਬੇਸ਼ੱਕ ਕੋਈ ਚਿਸ਼ਤੀ ਸਿਲਸਿਲੇ ਦੇ ਵਿੱਚੋਂ ਨੇ ਔਰ ਜਿਹੜੇ ਉਸ ਸਮੇਂ ਕਹਿ ਸਕਦੇ ਹੋ ਕਿ ਇਸਲਾਮ ਦੇ ਜਿਹੜੇ ਸੈਯਦ ਮਯੂਦੀਨ ਨੇ ਉਹਨਾਂ ਦੇ ਉਹ ਮੁਰੀਦ ਨੇ, ਅੱਗੋਂ ਉਹਨਾਂ ਦੇ ਮੁਰੀਦ ਸ਼ੇਖ ਫਰੀਦ ਸਾਹਿਬ ਨੇ ਜਿਨ੍ਹਾਂ ਦੀ ਪਾਵਨ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਸੋ ਖਵਾਜਾ ਬਖਤਿਆਰ ਕਾਕੀ ਜਿਹੜੇ ਨੇ ਉਹਨਾਂ ਦੇ ਬਾਰੇ ਇਹ ਯਕੀਨ ਕੀਤਾ ਜਾਂਦਾ ਕਿ ਬੰਦਾ ਸਿੰਘ ਬਹਾਦਰ ਦੇ ਕੋਲ ਗੁਰਮਤ ਦੇ ਅਨੁਸਾਰ ਕਰਾਮਾਤਾਂ ਬਹੁਤ ਨੇ ਤੇ ਜੇਕਰ ਅਸੀਂ ਆਪਣੇ ਪੀਰ ਦੇ ਸਾਹਮਣੇ ਸ਼ਹੀਦ ਕਰਾਂਗੇ ਤੇ ਇਹਦੀ ਕੋਈ ਕਰਾਮਾਤ ਸਾਡੇ ਤੇ ਅਸਰ ਨਹੀਂ ਕਰੇਗੀ। ਸੋ ਇਹ 2 ਵਿਸ਼ਵਾਸ ਉਸ ਸਮੇਂ ਨੇ। ਸੋ ਬੰਦਾ ਸਿੰਘ ਬਹਾਦਰ ਦੇ ਨਾਲ ਦੇ ਜਿਹੜੇ ਸਾਥੀ ਨੇ ਉਹਨਾਂ 25 ਸਾਥੀ, ਜਿਨ੍ਹਾਂ ਦੇ ਵਿੱਚ ਭਗਵੰਤ ਸਿੰਘ, ਬਾਜ ਸਿੰਘ, ਕੌਰ ਸਿੰਘ, ਰਣ ਸਿੰਘ, ਅਮਰ ਸਿੰਘ, ਫਤਿਹ ਸਿੰਘ, ਗੁਲਾਬ ਸਿੰਘ, ਆਲੀ ਸਿੰਘ, ਮਾਲੀ ਸਿੰਘ, ਇਹਨਾਂ 25 ਜਰਨੈਲਾਂ ਦੇ ਸਿਰ ਜਿਹੜੇ ਨੇਜਿਆਂ ਦੇ ਉੱਪਰ ਟੰਗ ਦਿੱਤੇ ਜਾਂਦੇ ਨੇ। ਹੁਣ ਉਸ ਸਮੇਂ ਨੂੰ ਆਪਣੇ ਦਿਮਾਗ 'ਚ ਜੇਕਰ ਅਸੀਂ ਅਕਸ ਬਣ ਕੇ ਉਭਾਰਨ ਦਾ ਯਤਨ ਕਰੀਏ ਕਿ ਉਸ ਸਮੇਂ ਬੰਦਾ ਸਿੰਘ ਬਹਾਦਰ ਹੱਥ ਕੜੀਆਂ ਦੇ ਵਿੱਚ, ਪੈਰਾਂ ਦੇ ਵਿੱਚ ਬੇੜੀਆਂ ਬੰਨ੍ਹ ਕੇ ਬਿਠਾਇਆ ਹੋਇਆ ਤੇ ਉਸਦੇ 25 ਜਰਨੈਲਾਂ ਦੇ ਸਿਰ ਉਸ ਦੇ ਆਲੇ ਦੁਆਲੇ ਨੇ ਤੇ ਉਸ ਸਮੇਂ ਇਸ ਨੂੰ ਸਰਬਰਾ ਖਾਨ ਕਹਿੰਦਾ ਹੈ ਕਿ ਬੰਦਾ ਸਿੰਘ ਬਹਾਦਰ ਤੇਰੇ ਸਾਥੀ ਨੇ, ਉਹਨਾਂ ਦਾ ਕਤਲੇਆਮ ਹੋ ਚੁੱਕਾ ਹੈ
ਤੇ ਹੁਣ ਤੂੰ ਵੀ ਦੀਨ ਇਸਲਾਮ ਕਬੂਲ ਕਰ ਲਾ। ਇਸ ਦਾ ਫਿਰ ਅੱਗੇ ਜ਼ਿਕਰ ਜਿਹੜਾ ਅਹਿਵਾਲੁਲ ਖਵਾਕੀਨ ਮੁਹੰਮਦ ਕਾਸਮ ਔਰੰਗਾਬਾਦੀ ਦੀ ਲਿਖੀ ਕਿਤਾਬ 'ਚ ਵੀ ਮਿਲਦਾ ਹੈ। ਫਿਰ ਇਬਰਤਨਾਮਾ ਮੁਹੰਮਦ ਕਾਸਮ ਹਾਰਸੀ ਦਾ ਉਹਦੇ 'ਚ ਜ਼ਿਕਰ ਮਿਲਦਾ ਹੈ। ਇੱਕ ਇਬਰਤਨਾਮਾ ਹਾਜੀ ਕਾਮਵਰ ਖਾਨ ਦਾ ਉਹਦੇ 'ਚ ਜ਼ਿਕਰ ਮਿਲਦਾ ਹੈ। ਫਿਰ ਬੰਦਾ ਸਿੰਘ ਬਹਾਦਰ ਨੂੰ ਇਹ ਕਿਹਾ ਜਾਂਦਾ ਹੈ ਕਿ ਤੈਨੂੰ ਮੁਕਾਉਣਾ ਨਹੀਂ, ਫਿਰ ਗੁਰਦਾਸ ਨੰਗਲ ਦੀ ਗਲੀ ਤੇ ਆ ਜਾਈਏ, ਕਿ ਤੈਨੂੰ ਖਤਮ ਕਰਨਾ ਨਿਸ਼ਾਨਾ ਨਹੀਂ ਹੈ, ਤੈਨੂੰ ਝੁਕਾਉਣਾ ਨਿਸ਼ਾਨਾ ਹੈ। ਕਿਉਂਕਿ ਜੇ ਝੁਕ ਜਾਵੇਗਾ ਤੇ ਫਿਰ ਅਸੀਂ ਇਸਲਾਮ ਦੇ ਸਾਹਮਣੇ ਸੁਰਖਰੂ ਹੋ ਸਕਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਨੇ ਜਿਹੜਾ ਜਰਨੈਲ ਭੇਜਿਆ ਸੀ, ਜਿਸ ਨੇ ਲਗਾਤਾਰ 6 ਸਾਲ ਪੰਜਾਬ ਦੀ ਧਰਤੀ ਦੇ ਉੱਪਰ ਆਪਣੇ ਘੋੜੇ ਦੇ ਪੈੜਾਂ ਦੇ ਨਿਸ਼ਾਨ ਛੱਡੇ ਨੇ, ਉਸ ਨੂੰ ਦੀਨ ਇਸਲਾਮ 'ਚ ਲਿਆਂਦਾ। ਫਿਰ ਕਹਿੰਦੇ ਨੇ ਕਿ ਅਜੇ ਵੀ ਤੇਰੇ ਸਾਹਮਣੇ ਦੀਨ ਇਸਲਾਮ 'ਚ ਆਉਣ ਦਾ ਦਰਵਾਜ਼ਾ ਖੁੱਲ੍ਹਾ। ਹੁਣ ਜੇ ਕਿਤੇ ਬੰਦਾ ਸਿੰਘ ਬਹਾਦਰ, ਜਿਸ ਤਰ੍ਹਾਂ ਕਿਹਾ ਜਾਂਦਾ ਕਿ ਗੁਰਦਾਸ ਨੰਗਲ ਦੀ ਗੜੀ 'ਚ ਗ੍ਰਿਫਤਾਰੀ ਕਿਉਂ ਨਾ ਦਿੱਤੀ, ਜੇ ਬੰਦਾ ਸਿੰਘ ਬਹਾਦਰ ਥੋੜ੍ਹਾ ਜਿਹਾ ਵੀ ਧਰਮ ਜਾਂ ਸਿਦਕ ਤੋਂ ਡੋਲਦਾ ਤੇ ਫਿਰ ਇੱਥੇ ਉਹ ਧਰਮ ਦੇ 'ਚ ਜਾ ਸਕਦਾ ਸੀ, ਜਾਨ ਬਚਾ ਸਕਦਾ ਸੀ। ਉਹ ਸ਼ਹੀਦੀ ਨੂੰ ਪ੍ਰਵਾਨ ਕਰਦਾ ਹੈ। ਪਰ ਉਹ ਸ਼ਹਾਦਤ ਤੋਂ ਪਹਿਲਾਂ ਉਸ ਦੇ ਪੌਣੇ 4 ਸਾਲ ਦੇ ਪੁੱਤਰ ਅਜੇ ਸਿੰਘ ਨੂੰ ਉਹਦੀ ਗੋਦ 'ਚ ਬਿਠਾਇਆ ਜਾਂਦਾ ਤੇ ਕਿਹਾ ਜਾਂਦਾ ਹੈ ਕਿ ਆਪਣੇ ਪੁੱਤਰ ਨੂੰ ਆਪ ਜ਼ਿਬਾ ਕਰ, ਆਪ ਇਹਦੀ ਛਾਤੀ ਚੀਰ ਦੇ। ਬੰਦਾ ਸਿੰਘ ਬਹਾਦਰ ਦਾ ਜਵਾਬ ਬੜਾ ਪਿਆਰਾ ਜਿਹੜਾ ਸਾਡੇ ਸਰੋਤਾਂ 'ਚ ਮਿਲਦਾ। ਕਹਿੰਦਾ, ਫਰਕ ਸ਼ੇਰ, ਮੇਰੀ ਗੋਦੀ 'ਚ ਮੇਰਾ ਪੁੱਤ ਪਿਆ, ਤੂੰ ਮੇਰਾ ਦੁਸ਼ਮਣ ਹੈ, ਪਰ ਜਿਸ ਗੁਰੂ ਨੇ ਮੈਨੂੰ ਖੰਡੇ ਬਾਟੇ ਦੀ ਪਹੁਲ ਦਿੱਤੀ ਸੀ, ਉਸਨੇ ਕਿਹਾ ਸੀ ਮਜ਼ਲੂਮ ਤੇ ਮਾਸੂਮ ਦੇ ਉੱਪਰ ਜ਼ੁਲਮ ਨਹੀਂ ਕਰਨਾ। ਇਹ ਤਾਂ ਮੇਰਾ ਪੁੱਤ ਹੈ, ਮੇਰੀ ਗੋਦੀ 'ਚ ਤੇਰਾ ਪੁੱਤ ਪਿਆ ਹੁੰਦਾ ਮੈਂ ਤਾਂ ਵੀ ਜ਼ਿਬਾ ਨਾ ਕਰਦਾ, ਮੈਂ ਪਿਆਰ ਕਰਦਾ। ਖੈਰ ਉਸ ਵੇਲੇ ਸਰਬਰਾ ਖਾਨ ਦੇ ਹੁਕਮ ਦੇ ਉੱਪਰ ਉਸ ਦਾ ਬੱਚਾ ਜਿਹੜਾ ਹੁੰਦਾ ਉਸ ਨੂੰ ਜ਼ਿਬਾ ਕੀਤਾ ਜਾਂਦਾ। ਉਸ ਦੇ ਛੋਟੇ ਛੋਟੇ ਟੁਕੜੇ ਕਰਕੇ ਬੰਦਾ ਸਿੰਘ ਬਹਾਦਰ ਦੇ ਗਲ ਦੇ ਵਿੱਚ ਹਾਰ ਪਾ ਦਿੱਤਾ ਜਾਂਦਾ। ਉਹਦਾ ਖੂਨ ਉਹਦੇ ਚਿਹਰੇ ਤੇ ਮਲ ਦਿੱਤਾ ਜਾਂਦਾ। ਉਹਦਾ ਧੜਕਦਾ ਹੋਇਆ ਦਿਲ ਕੱਢ ਕੇ ਉਹਦੇ ਮੂੰਹ 'ਚ ਪਾ ਦਿੱਤਾ ਜਾਂਦਾ। ਉਹਦਾ ਕੱਟਿਆ ਹੋਇਆ ਸਿਰ ਉਹਦੀ ਗੋਦੀ 'ਚ ਰੱਖ ਕੇ ਫਿਰ ਉਸ ਨੂੰ ਸਰਬਰਾ ਖਾਨ ਕਹਿੰਦਾ, ਬੰਦਾ ਸਿੰਘ ਬਹਾਦਰ, ਤੇਰੇ ਪੁੱਤਰ ਦਾ ਸਿਰ ਤੇਰੀ ਗੋਦ 'ਚ ਪਿਆ, ਹੁਣ ਤਾਂ ਦੀਨ ਇਸਲਾਮ ਕਬੂਲ ਕਰ ਲਾ, ਝੁਕ ਲਾ। ਉਹ ਮੁਸਕਰਾਉਂਦਾ। ਕਹਿੰਦਾ, ਮੁਸਕਰਾ ਕਿਉਂ ਰਿਹਾ? ਕਹਿੰਦਾ, ਇਸ ਕਰਕੇ ਮੁਸਕਰਾ ਰਿਹਾ ਕਿ ਜਿਸ ਗੁਰੂ ਨੇ ਮੈਨੂੰ ਸਿੱਖੀ ਦੀ ਦਾਤ ਦਿੱਤੀ ਸੀ, ਉਹਨੇ ਆਪਣੇ 4 ਪੁੱਤਰਾਂ ਦੇ ਸਿਰ ਮੇਰੀ ਝੋਲੀ 'ਚ ਪਾਏ ਸੀ। ਅੱਜ ਮੈਂ ਸੁਰਖਰੂ ਹੋ ਗਿਆ ਕਿ ਆਪਣੇ ਪੁੱਤਰ ਦਾ ਸਿਰ ਆਪਣੀ ਗੋਦ 'ਚ ਲੈ ਕੇ ਗੁਰੂ ਦੀ ਗੋਦ 'ਚ ਜਾ ਰਿਹਾ। ਫਿਰ ਬਹੁਤ ਸਾਰੇ ਤਸੀਹੇ ਦੇ ਕੇ ਅੱਖਾਂ ਕੱਢੀਆਂ ਜਾਂਦੀਆਂ ਨੇ, ਜ਼ੁਬਾਨ ਕੱਟੀ ਜਾਂਦੀ ਹੈ, ਜਮੂਰਾਂ ਨਾਲ ਮਾਸ ਲੁੱਟਿਆ ਜਾਂਦਾ ਹੈ, ਸਰੀਰ ਟੁਕੜੇ ਟੁਕੜੇ ਕਰ ਦਿੱਤਾ ਜਾਂਦਾ ਤੇ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰ ਦਿੱਤਾ ਜਾਂਦਾ। ਫਿਰ ਮੈਂ ਉਸ ਗੱਲ ਤੇ ਲਿਆ ਵਾਂ, ਗੁਰੂ ਦੇ ਅੰਮ੍ਰਿਤ ਦੀ ਸ਼ਕਤੀ। ਇਹ ਉਹੀ ਬੰਦਾ ਸਿੰਘ ਹੈ ਜਿਹੜਾ ਕਦੀ ਲਛਮਣ ਦੇਵ ਸੀ ਤੇ ਇਹਦੇ ਸਾਹਮਣੇ ਹਿਰਨੀ ਦੇ 2 ਬੱਚੇ ਮਰ ਗਏ ਸੀ ਤੇ ਵੈਰਾਗੀ ਹੋ ਗਿਆ ਸੀ। ਅੱਜ ਆਪਣੀ ਗੋਦ 'ਚ ਆਪਣਾ ਪੁੱਤਰ ਸ਼ਹੀਦ ਕੀਤਾ ਜਾ ਰਿਹਾ ਤੇ ਉਹ ਚੜ੍ਹਦੀ ਕਲਾ ਦੇ ਵਿੱਚ। ਇਹੀ ਉਸ ਦਾ ਜੀਵਨ ਹੈ ਤੇ ਇਹੀ ਗੁਰੂ ਦੀ ਕਿਰਪਾ। ਚੜ੍ਹਦੀ ਕਲਾ ਦੇ ਵਿੱਚ ਇਹੀ ਸਿੱਖੀ ਤੁਸੀਂ ਕਹਿ ਲਓ, ਇੱਕ ਇਹੋ ਜਿਹਾ ਸਿਧਾਂਤ ਹੈ ਜਿਹਨੂੰ ਮਾੜੇ ਤੋਂ ਮਾੜੇ ਹਾਲਾਤਾਂ ਦੇ ਵਿੱਚ ਵੀ ਸਿੱਖ ਕਹਿ ਕੇ ਕਹਿੰਦਾ ਹੈ ਕਿ ਨਹੀਂ, ਮੁਸਕਰਾ ਕੇ ਮੈਂ ਤਾਂ ਚੜ੍ਹਦੀ ਕਲਾ ਵਿੱਚ ਹਾਂ। ਬੰਦਾ ਸਿੰਘ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਅੱਜ ਦੇ ਦਿਨ ਤੁਸੀਂ ਇਹ ਇੰਨੀ ਸਾਰੀ ਜਾਣਕਾਰੀ ਸਾਡੇ ਨਾਲ ਸ਼ੇਅਰ ਕੀਤੀ। ਇਹ ਸੁਣ ਕੇ ਹਾਲੇ ਵੀ ਲੱਗਦਾ ਹੈ ਕਿ ਇਹ ਤਾਂ ਸਿਰਫ ਅਸੀਂ ਸਰਫੇਸ ਸਕ੍ਰੈਚ ਕੀਤੀ ਹੈ, ਇੰਨਾ ਡੂੰਘਾ ਇਤਿਹਾਸ। ਅਸ਼ਮਿਤਾ, ਮੈਨੂੰ ਤਕਰੀਬਨ 20 ਸਾਲ ਹੋ ਗਏ ਨੇ ਬੰਦਾ ਸਿੰਘ ਬਹਾਦਰ ਦੇ ਜੀਵਨ ਦੇ ਉੱਪਰ ਖੋਜ ਕਰਦਿਆਂ। ਇੱਕ ਡਾਕੂਮੈਂਟਰੀ ਮੈਂ ਤਿਆਰ ਕੀਤੀ ਹੈ ਜਿਹੜੀ ਮੈਂ ਨੈਕਸਟ ਵੀਕ ਤੁਹਾਨੂੰ ਦੇ ਦੇਵਾਂਗਾ। ਅਸੀਂ ਉਹਨੂੰ ਵੀ ਬਕਾਇਦਾ 25 ਜੂਨ ਨੂੰ ਚਲਾਵਾਂਗੇ। ਉਹਦੇ ਸਾਰੇ ਜੀਵਨ ਦੇ ਉੱਪਰ ਆ। ਤੇ ਕਿਤਾਬ ਮੈਨੂੰ ਇੰਝ ਲੱਗਦਾ ਕਿ ਇੰਨੇ ਸੋਰਸ ਪੜ੍ਹਨ ਤੋਂ ਲੱਗਦਾ ਅਜੇ ਮੈਨੂੰ ਕਹਿੰਦਾ ਬਹੁਤ ਕੁਝ ਅਧੂਰਾ ਹੈ। ਉਹਦੀ ਜ਼ਿੰਦਗੀ ਦਾ ਇੰਨਾ ਵੱਡਾ ਸੰਘਰਸ਼ ਹੈ। ਐਂਡ ਇਹ ਜੋ ਤੁਸੀਂ ਇੰਨਾ ਤੁਸੀਂ ਕੰਪਾਈਲ ਕੀਤਾ ਹੈ, ਸਾਰਾ ਜੋੜਿਆ ਹੈ, ਇੰਨਾ ਇਤਿਹਾਸ ਇੱਕ ਇਹੋ ਜਿਹੇ ਇਨਸਾਨ ਬਾਰੇ ਲਿਖਿਆ ਜਿਹਦੇ ਦੁਸ਼ਮਣਾਂ ਨੇ ਵੀ ਬਿਲਕੁਲ ਉਹਨਾਂ ਦੇ ਬਾਰੇ ਬਹਾਦਰੀ ਦੀ ਸਿਫਤ ਕੀਤੀ ਹੈ। ਇੱਕ ਵਾਰੀ ਫਿਰ ਡਾਕਟਰ ਸੁਖਪ੍ਰੀਤ ਜੀ, ਤੁਹਾਡਾ ਅਸੀਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਇਹ ਜਾਣਕਾਰੀ ਸਾਡੇ ਨਾਲ ਸ਼ੇਅਰ ਕੀਤੀ। ਵਿਊਅਰਸ ਨੂੰ ਮੈਂ ਦੱਸਣਾ ਚਾਹੁੰਦੀ ਹਾਂ, ਜਿਸ ਤਰ੍ਹਾਂ ਡਾਕਟਰ ਸੁਖਪ੍ਰੀਤ ਜੀ ਨੇ ਕਿਹਾ ਕਿ ਇੱਕ ਡਾਕੂਮੈਂਟਰੀ ਆ ਰਹੀ, ਕਿ ਤੁਸੀਂ ਇਹਦੇ ਬਾਰੇ ਹੋਰ ਜਾਣਕਾਰੀ ਲੈਣਾ ਚਾਹੋਗੇ ਤੁਸੀਂ ਸਾਡੇ ਨਾਲ ਕਨੈਕਟ ਕਰ ਸਕਦੇ ਹੋ info@justbroadcasting.com, ashmita@justbroadcasting.com, ਐਂਡ ਆਫ ਕੋਰਸ ਡਾਕਟਰ ਸੁਖਪ੍ਰੀਤ ਜੀ ਦੇ ਨਾਲ ਵੀ ਅਗਰ ਸੰਪਰਕ ਕਰਨਾ ਹੋਏ ਤੁਸੀਂ ਕਰ ਸਕਦੇ ਹੋ। ਅੱਜ ਦਾ ਸ਼ੋਅ ਸਾਨੂੰ ਇੱਥੇ ਹੀ ਰੋਕ ਰਿਹਾ ਹੈ, ਸਮਾਂ ਜ਼ਿਆਦਾ ਇਜਾਜ਼ਤ ਨਹੀਂ ਦਿੰਦਾ, ਬਟ ਡਾਕਟਰ ਸੁਖਪ੍ਰੀਤ ਜੀ ਦੇ ਨਾਲ ਅਗਲੇ ਹਫਤੇ ਮੰਡੇ ਤੁਸੀਂ ਲਾਈਵ ਜੁੜ ਸਕਦੇ ਹੋ। ਲਾਈਵ ਇਹ ਸਾਡੇ ਨਾਲ ਜੁੜਨਗੇ, ਤੁਸੀਂ ਕਾਲ ਕਰਕੇ ਆਪਦੇ ਸਵਾਲ ਰੱਖ ਸਕਦੇ ਹੋ। ਇੱਕ ਹੋਰ ਸਾਡੀ ਹਿਸਟਰੀ ਦੇ ਵਿੱਚ, ਸਿੱਖ ਹਿਸਟਰੀ ਦੇ ਵਿੱਚ ਜੁੜਿਆ ਹੋਇਆ ਅਹਿਮ ਮੁੱਦਾ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਵਾਂਗੇ ਆਉਣ ਵਾਲੇ ਮੰਡੇ ਲਾਈਵ। ਅੱਜ ਦੇ ਮੁੱਦੇ ਦੇ ਵਿੱਚ ਡਾਕਟਰ ਸੁਖਪ੍ਰੀਤ ਜੀ ਸਾਡੇ ਨਾਲ ਜੁੜਨਗੇ, ਤੁਸੀਂ ਵੀ ਜ਼ਰੂਰ ਜੁੜੋ, ਕਾਲ ਕਰਕੇ ਆਪ ਦੇ ਸਵਾਲ, ਕੁਐਸਚਨਸ, ਕਮੈਂਟਸ ਰੱਖ ਸਕਦੇ ਹੋ। ਸਾਨੂੰ ਹੁਣ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।